ਵਾਹਿਗੁਰੂ ਵਾਹਿਗੁਰੂ श्री वाहिगुरु जी दोहरा। मिसल शहीदन की भई जैस बिदत संसार, दै शीस जिन धर्म हित गाथा लिखो उदार। मिसल शहीदन की भई जैस बिदत संसार। वाहिगुरु जी का खालसा वाहिगुरु जी की फतेह। आप सरबत गुरु की सिख संगतां बहुत वडभागियां हो, जिन्हां नूं गुरु चरनां विच बैठण दा सुभागी समा प्राप्त हो रहा है। सच्चे पातशाह जी दी महान कृपा दे नाल बाबा जी शहीद धन बाबा दीप सिंह जी श्री मिसल शहीदां तरना दल दे जो पहले जथेदार और धन सतगुरु गुरु गोबिंद सिंह साहब जी दियां खुशियां नूं प्राप्त करन वाले सतगुरु साहब जी दे अनन्य सेवक होए हन। तिन्हां दे जीवन कौतकां दा पावन इतिहास आप गुरु की संगतां सरवण कर लाहे प्राप्त कर रहियां हो। कल आप जी ने अमृतसर साहब दे विच रहन वाली सच्चे पातशाह जी दे चरना कमलों उपर दृढ़ विश्वास रखन वाली सिख जगत दे महान विद्वान ज्ञानी ठाकुर सिंह जी, तिन्हां ने जो पावन इतिहास बाबा जी का लिखिया है, उस दी कथा आप जी ने संपूर्ण सुनी है। कल ग्रंथ शहीद बिलास का भोग पिया है। गुरु चरना विच अरदासे हुए ने। गुरु की हजूरी विच रहन वाले गुरु के सिंह सतगुरां दे पावन दरबार विच रह करके विद्या प्राप्त करन वाले विद्यार्थी, उन्होंने इच्छा ਜ਼ਾਹਰ की कि बाबा दीप सिंह साहब जी का जीवन इतिहास ज्ञानी ठाकुर सिंह जी ने बखूब कविता विच लिखिया है। पर जो उन्होंने शहादत का प्रसंग है वो बड़ा संखेप लफ्जां विच किया है। ज्ञानी ज्ञान सिंह जी ने साब विस्तार वो प्रसंग लिखिया है। वो प्रसंग सानू गुरु की संगतां नूं सुनाया जावे। और बाबा दीप सिंह साहब जी तो बाद जिवें मिसल शहीदां
ਤਰਨਾ ਦਲ ਦੀ ਜਥੇਦਾਰ ਸਿੰਘ ਸਹਿਬਾਨ ਹੋਏ। ਉਹਨਾਂ ਮਹਾਂਪੁਰਖਾਂ ਨੇ ਜੋ ਜੋ ਆਪਣੀ ਜ਼ਿੰਦਗੀ ਵਿੱਚ ਜੀਵਨ ਕੌਤਕ ਕੀਤੀ, ਉਹਨਾਂ ਮਹਾਂਪੁਰਖਾਂ ਦਾ, ਉਹਨਾਂ ਸ਼ਹੀਦਾਂ ਦਾ ਇਤਿਹਾਸ ਸਾਨੂੰ ਗੁਰ ਸੰਗਤਾਂ ਨੂੰ ਸੁਣਾ ਕੇ ਨਿਹਾਲ ਕੀਤਾ ਜਾਵੇ। ਸਰਬਲੋ ਬੁੰਗਾ ਨੰਗਲੀ ਵਿਖੇ ਗੁਰਮਤਾ ਹੋਇਆ ਕਿ ਗਿਆਨੀ ਗਿਆਨ ਸਿੰਘ ਜੀ ਨੇ ਜੋ ਸ਼੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਜਥੇਦਾਰ ਸਿੰਘ ਸਹਿਬਾਨਾਂ ਬਾਰੇ ਔਰ ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਸੁਦਾ ਸਿੰਘ ਜੀ, ਬਾਬਾ ਕਰਮ ਸਿੰਘ ਜੀ, ਬਾਬਾ ਰਾਮ ਸਿੰਘ ਜੀ ਬੇਦੀ, ਬਾਬਾ ਨੱਥਾ ਸਿੰਘ ਜੀ ਇਤਿਆਦਿ ਗੁਰੂ ਕੇ ਮਹਾਂਪੁਰਖ ਇਸ ਮਿਸਲ ਦੇ ਸਰਦਾਰਾਂ ਦਾ ਇਤਿਹਾਸ ਲਿਖਿਆ ਹੈ। ਉਹ ਕਥਾ ਆਪ ਗੁਰ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਵੇ। ਸੋ ਅੱਜ ਗੁਰੂ ਚਰਨਾਂ ਵਿੱਚ ਅਰਦਾਸਾਂ ਕਰਕੇ ਮਹਾਨ ਮਹਾਂਪੁਰਖ ਬਾਬਾ ਦੀਪ ਸਿੰਘ ਸਾਹਿਬ ਜੀ ਉਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ, ਮਹਾਂਪੁਰਖ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਉਹਨਾਂ ਦੇ ਚਰਨਾਂ ਕਮਲਾਂ ਤੋਂ ਆਸਰਾ ਲੈ ਕਰਕੇ ਇਹ ਜੋ ਸ਼ਹੀਦਾਂ ਦਾ ਇਤਿਹਾਸ ਹੈ, ਜਿਵੇਂ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ, ਮਿਸਲ ਸ਼ਹੀਦਾਂ ਦੇ ਬਾਰੇ ਜਿੱਥੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ। ਗੁਰੂ ਖਾਲਸਾ ਸਾਧ ਸੰਗਤ ਜੀ ਸਾਉਣ ਦੇ ਵਿੱਚ 1733 ਈਸਵੀ ਦੇ ਵਿੱਚ ਗੁਰੂ ਕੇ ਪੰਥ ਖਾਲਸੇ ਵਿੱਚ ਜਦੋਂ ਬਹੁਤਾ ਵਾਧਾ ਹੋਇਆ ਤਾਂ ਗੁਰੂ ਕੇ ਪੰਥ ਖਾਲਸੇ ਦੇ ਵਿੱਚ ਇੱਕ ਬੁੱਢਾ ਦਲ ਤੇ 5 ਤਰਨੇ ਦਲ ਬਣੇ। ਤਰਨੇ ਦਲਾਂ ਦੇ ਜਥੇਦਾਰ ਗੁਰੂ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਬਣੇ ਔਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਬਣੇ। ਬਾਬਾ ਬਨੋਦ ਸਿੰਘ ਜੀ, ਬਾਬਾ ਦਰਬਾਰਾ ਸਿੰਘ ਜੀ, ਇਹਨਾਂ ਵੱਡੇ ਮਹਾਂਪੁਰਖਾਂ ਵਾਂਗ ਅਕਾਲੀ ਕਪੂਰ ਸਿੰਘ ਜੀ ਦਾ ਵੱਡਾ ਸਤਿਕਾਰ ਸੀ। ਗੁਰੂ ਕੇ ਸਿੱਖ ਬਾਬਾ ਬਨੋਦ ਸਿੰਘ ਜੀ ਦਾ ਰੂਪ ਕਰਕੇ ਇਹਨਾਂ ਨੂੰ ਜਾਣਦੇ ਸਨ, ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਜੀ ਤੋਂ ਭਰੋਸਾਏ ਹੋਏ ਨੇ। ਗੁਰੂ ਖਾਲਸਾ ਜੀ 5 ਗੁਰੂ ਕੇ ਤਰਨੇ ਦਲਾਂ ਦੇ ਵੱਖੋ ਵੱਖਰੇ ਜਥੇਦਾਰ ਔਰ ਸਾਂਝੇ ਜਥੇਦਾਰ ਬਾਬਾ ਦੀਪ ਸਿੰਘ ਜੀ, ਆਪ ਜੀ ਨੇ ਵੱਡੀਆਂ ਮੱਲਾਂ ਮਾਰੀਆਂ, ਦੁਸ਼ਮਣਾਂ ਦੇ ਤਾਈਂ ਸੋਧਾ ਲਾਇਆ, ਜ਼ਾਲਮ ਝਟਕਾਏ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਵਿੱਚ ਵੱਡੇ ਯੋਗਦਾਨ ਪਾਏ, ਵੱਡੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ। ਗੁਰੂ ਖਾਲਸਾ ਜੀ ਪੰਥ ਦੇ ਵਿੱਚ ਵਾਧਾ ਹੋਇਆ। ਛੋਟੇ ਛੋਟੇ 65 ਜਥੇ ਸਮੇਂ ਦੇ ਨਾਲ ਗੁਰੂ ਕੇ ਪੰਥ ਖਾਲਸੇ ਵਿੱਚ ਬਣ ਗਏ। ਗੁਰੂ ਕੇ ਪੰਥ ਖਾਲਸੇ ਨੇ ਵਿਸਾਖੀ ਦੇ ਉੱਪਰ 1748 ਈਸਵੀ ਦੇ ਵਿੱਚ ਗੁਰੂ ਖਾਲਸਾ ਜੀ ਸਾਰੇ ਗੁਰੂ ਕੇ ਪੰਥ ਖਾਲਸੇ ਨੂੰ ਇਕੱਠਿਆਂ ਕਰਕੇ ਤੇ ਗੁਰੂ ਕੇ ਪੰਥ ਖਾਲਸੇ ਦੀਆਂ ਜਿਹੜੀਆਂ 65-66 ਛੋਟੀਆਂ ਛੋਟੀਆਂ ਜਥੇਬੰਦੀਆਂ ਸਨ, ਉਹਨਾਂ ਸਾਰਿਆਂ ਨੂੰ ਇਕੱਤਰਿਤ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸਾ ਸੋਧ ਕਰਕੇ ਗੁਰੂ ਖਾਲਸਾ ਜੀ 12 ਜਥੇ ਬਣਾਏ ਗਏ ਅਤੇ ਉਹਨਾਂ ਜਥਿਆਂ ਦਾ ਨਾਮ ਰੱਖਿਆ ਗਿਆ 12 ਮਿਸਲਾਂ। ਪਹਿਲਾਂ 11 ਮਿਸਲਾਂ ਸਨ, ਸਮੇਂ ਦੇ ਨਾਲ ਇਹ 12 ਬਣੀਆਂ। ਮਿਸਲ ਗੁਰੂ ਖਾਲਸਾ ਜੀ ਅਰਬੀ ਫਾਰਸੀ ਦਾ ਲਫ਼ਜ਼ ਹੈ, ਇਹਦਾ ਅਰਥ ਹੁੰਦਾ ਹੈ ਜਥਾ। ਇਹ 12 ਗੁਰੂ ਕੇ ਜਥੇ ਸਨ। ਮਾਨੋ ਇਹ 12 ਗੁਰਦੇਵਾਂ ਦੇ ਪ੍ਰਤੀਕ ਨੇ। 10 ਗੁਰਦੇਵ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ, 11ਵੇਂ ਗੁਰਦੇਵ ਗੁਰੂ ਪੰਥ ਖਾਲਸਾ ਜੀ ਅਤੇ 12ਵੇਂ ਗੁਰਦੇਵ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ 12 ਗੁਰਦੇਵਾਂ ਦਾ ਪ੍ਰਤੀਕ ਹੈ, ਜਿਹੜੀਆਂ 12 ਮਿਸਲਾਂ ਨੇ। ਇਹਨਾਂ ਮਿਸਲਾਂ ਦੇ ਵਿੱਚੋਂ ਗੁਰੂ ਖਾਲਸਾ ਜੀ ਸ਼੍ਰੋਮਣੀ ਮਿਸਲ ਸ਼੍ਰੀ ਮਿਸਲ ਸ਼ਹੀਦਾਂ ਬਣੀ। ਇਸ ਮਿਸਲ ਦੇ ਵਿੱਚ ਉਹ ਜਥੇਦਾਰ, ਉਹ ਮਹਾਂਪੁਰਸ਼, ਉਹ ਮਰਦ ਅਗੰਬੜੇ ਭਰਤੀ ਹੋਏ ਜਿਨ੍ਹਾਂ ਨੇ ਆਪਣੇ ਗੁੱਟਾਂ ਉੱਪਰ ਸ਼ਹਾਦਤਾਂ ਦੇ ਗਾਨੇ ਬੱਧੇ ਹੋਏ ਸਨ, ਜਿਨ੍ਹਾਂ ਨੇ ਸੀਸ ਤਲੀ ਉੱਤੇ ਰੱਖਿਆ ਸੀ, ਗੁਰੂ ਵਾਸਤੇ ਮਰਨ ਮਿਟਣ ਲਈ ਤਿਆਰ ਸਨ, ਜਿਹੜੇ ਆਪਣੇ ਆਪ ਨੂੰ ਗੁਰੂ ਕੇ ਪੰਥ ਖਾਲਸੇ ਵਿੱਚ ਸ਼ਹੀਦ ਅਖਵਾਮਦੇ ਸਨ।
ਉਹ ਗੁਰੂ ਖਾਲਸਾ ਜੀ ਮਿਸਲ ਸ਼ਹੀਦਾਂ ਵਿੱਚ ਭਰਤੀ ਹੋਏ ਔਰ ਇਸ ਮਿਸਲ ਦੇ ਵੱਡੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਥਾਪੇ ਗਏ। ਇਸ ਮਿਸਲ ਦੇ ਸਾਰੇ ਹੀ ਗੁਰੂ ਖਾਲਸਾ ਜੀ ਪੈਰੋਕਾਰ ਬਣ ਕੇ ਰਹਿੰਦੇ। 11 ਮਿਸਲਾਂ ਦੇ ਵੱਡੇ ਜਥੇਦਾਰ ਬਾਬਾ ਦੀਪ ਸਿੰਘ ਜੀ, ਉਹਨਾਂ ਦਾ ਹੁਕਮ ਗੁਰੂ ਖਾਲਸਾ ਜੀ ਸਾਰਿਆਂ ਉੱਪਰ ਚੱਲਦਾ ਸੀ। ਸਾਰੇ ਜਥੇਦਾਰ ਬਾਬਾ ਜੀ ਦੀ ਸਲਾਹ, ਬਾਬਾ ਜੀ ਦਾ ਗੁਰਮਤਾ ਲੈ ਕਰਕੇ ਅੱਗੇ ਪੈਰ ਪੁੱਟਦੇ ਸਨ। ਐਸਾ ਗੁਰੂ ਖਾਲਸਾ ਜੀ ਇਹ ਸ਼ਹੀਦਾਂ ਦੀ ਮਿਸਲ ਦਾ ਪਾਵਨ ਇਤਿਹਾਸ ਤਵਾਰੀਖਾਂ ਦੇ ਵਿੱਚ ਲਿਖਿਆ ਹੋਇਆ ਹੈ। ਆਓ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਗ੍ਰੰਥ ਦੇ ਵਿੱਚ ਜਿਵੇਂ ਗੁਰੂ ਖਾਲਸਾ ਜੀ ਇਹ ਇਤਿਹਾਸ ਲਿਖਿਆ ਹੈ, ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰੋ, ਧਿਆਨ ਧਾਰੋ ਗੁਰੂ ਕਲਗੀਧਰ ਜੀ ਦੇ ਚਰਨਾਂ ਦਾ, ਧਿਆਨ ਧਾਰੋ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਕਮਲਾਂ ਦਾ, ਮਹਾਂਪੁਰਸ਼ ਬਾਬਾ ਨੌਧ ਸਿੰਘ ਸਾਹਿਬ ਜੀ ਦੇ ਚਰਨਾਂ ਦਾ, ਬਾਬਾ ਬਿਸ਼ਨ ਸਿੰਘ ਸਾਹਿਬ ਜੀ ਨੂੰ ਆਪਣੇ ਨੇਤਰਾਂ ਦੇ ਸਨਮੁਖ ਲਿਆਓ, ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ 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 ਵਾਹਿਗੁਰੂ ਸਾਹਿਬ ਜੀ। ਸ਼੍ਰੀ ਵਾਹਿਗੁਰੂ ਜੀ ਦੋਹਰਾ ਮਿਸਲ ਸ਼ਹੀਦਨ ਕੀ ਭਈ, ਜੈਸ ਬਿਦਤ ਸੰਸਾਰ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਜਿਵੇਂ ਸ਼ਹੀਦਾਂ ਦੀ ਮਿਸਲ ਸੰਸਾਰ ਦੇ ਵਿੱਚ ਪ੍ਰਗਟ ਹੋਈ, ਜਿਵੇਂ ਮਿਸਲ ਦਾ ਬੋਲ ਬਾਲਾ ਹੋਇਆ, ਜਿਵੇਂ ਇਸ ਮਿਸਲ ਨੇ ਮੱਲਾਂ ਮਾਰੀਆਂ, ਉਹ ਸਾਰਾ ਇਤਿਹਾਸ ਮਨ ਦੀਆਂ ਬਿਰਤੀਆਂ ਇਕਾਗਰ ਕਰਕੇ ਸੁਨੋ। ਦਇ ਸੀਸ ਜਿਨ ਧਰਮ ਹੇਤ, ਗਾਥਾ ਲਿਖੋ ਉਦਾਰ। ਹਾਂ, ਜਿਨ੍ਹਾਂ ਮਰਦ ਅਗੰਬੜਿਆਂ ਨੇ ਧਰਮ ਵਾਸਤੇ ਆਪਣੇ ਸੀਸ ਤਲੀ ਉੱਪਰ ਰੱਖ ਕਰਕੇ ਗੁਰੂ ਦੇ ਚਰਨਾਂ ਵਿੱਚ ਨਿਸ਼ਾਵਰ ਕੀਤੇ, ਉਹਨਾਂ ਸ਼ਹੀਦਾਂ ਦਾ ਮੈਂ ਸ੍ਰੇਸ਼ਟ ਇਤਿਹਾਸ ਲਿਖਦਾ ਹਾਂ। ਆਪ ਗੁਰੂ ਖਾਲਸਾ ਜੀ ਮਨ ਦੇ ਬਿਰਤਿਆਂ ਨੂੰ ਇਕਾਗਰ ਕਰੋ, ਧਿਆਨ ਧਾਰੋ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ। ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਨੌਧ ਸਿੰਘ ਜੀ, ਤਿਨਾਂ ਨੂੰ ਚੇਤੇ ਕਰੋ ਜਿਨ੍ਹਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ, ਜਿਨ੍ਹਾਂ ਨੇ ਗੁਰੂ ਖਾਲਸਾ ਜੀ ਪੰਥ ਵਾਸਤੇ, ਧਰਮ ਵਾਸਤੇ ਜੂਝਣਾ ਕੀਤਾ ਹੈ। ਉਹਨਾਂ ਦਾ ਪਾਵਨ ਇਤਿਹਾਸ ਮਨ ਦੇ ਬਿਰਤੇ ਇਕਾਗਰ ਕਰਕੇ ਸਰਵਣ ਕਰੋ ਜੀ। ਚੌਪਈ ਪਹੂ ਬੈਂਡ ਨਾਮ ਇੱਕ ਗ੍ਰਾਮੂ। ਹਾਂ, ਕਹਿੰਦੇ ਇੱਕ ਪਹੂ ਪਿੰਡ ਹੈ ਜਿਹੜਾ ਗੁਰੂ ਖਾਲਸਾ ਜੀ ਮਾਝੇ ਦੇ ਵਿੱਚ ਮਹਾਨ ਪਿੰਡ ਮੰਨਿਆ ਜਾਂਦਾ ਹੈ, ਕਿਉਂਕਿ ਇੱਥੇ ਸ਼ਹੀਦਾਂ ਦੇ ਸਰਦਾਰ, ਸ਼ਹੀਦਾਂ ਦੇ ਬਾਬੇ ਦੀਪ ਸਿੰਘ ਸਾਹਿਬ ਜੀ ਦਾ ਅਵਤਾਰ ਹੋਇਆ ਹੈ। ਨਿਕਟ ਜਲੰਧਰ ਬਿਦਤ ਲਲਾਮੂ। ਗੁਰੂ ਖਾਲਸਾ ਜੀ ਜਲੰਧਰ ਦੇ ਨੇੜੇ ਇਹ ਪਿੰਡ ਪ੍ਰਗਟ ਹੀ ਹੈ। ਅੱਜ ਗੁਰੂ ਖਾਲਸਾ ਜੀ ਜ਼ਿਲ੍ਹੇ ਹੁੰਦੇ ਨੇ, ਪਹਿਲਾਂ ਪਰਗਣੇ ਹੁੰਦੇ ਸਨ। ਜਲੰਧਰ ਦੇ ਪਰਗਣੇ ਦੇ ਨੇੜੇ ਲਾਹੌਰ ਦਾ ਪਰਗਣਾ। ਸੋ ਕਹਿੰਦੇ ਨੇ ਇਹ ਜੋ ਜਲੰਧਰ ਦਾ ਪਰਗਣਾ ਹੈ, ਉਸ ਪਰਗਣੇ ਦੇ ਨੇੜੇ ਲਾਹੌਰ ਤੋਂ ਦੂਰ ਤੇ ਜਲੰਧਰ ਦਾ ਪਰਗਣਾ ਜਿੱਥੇ ਖਤਮ ਹੁੰਦਾ ਏ, ਉੱਥੇ ਪ੍ਰਗਟ ਹੀ ਲਲਾਮੂ ਕਹੀਏ ਸੁੰਦਰ ਨਗਰ ਹੈ। ਦੀਪ ਸਿੰਘ ਤਹਿ ਬਸਨੇ ਵਾਰੈ। ਬਾਬਾ ਦੀਪ ਸਿੰਘ ਜੀ ਉੱਥੋਂ ਦੇ ਵਸਣ ਵਾਲੇ ਸਨ। ਆਪ ਜੀ ਦੇ ਪਿਤਾ ਦਾ ਨਾਮ ਭਗਤ ਸਿੰਘ ਸੀ, ਮਾਤਾ ਦਾ ਨਾਮ ਜਿਉਣੀ ਸੀ, ਅਤੇ 1682 ਈਸਵੀ ਦੇ ਵਿੱਚ ਆਪ ਜੀ ਦਾ 14 ਮਾਘ ਨੂੰ ਅਵਤਾਰ ਹੋਇਆ ਸੀ। ਇਹ ਗੁਰੂ ਖਾਲਸਾ ਜੀ ਜਿਹੜਾ ਇਤਿਹਾਸ ਪ੍ਰਾਰੰਭ ਕੀਤਾ ਹੈ, ਇਹ ਬਾਬਾ ਜੀ ਦਾ ਅਵਤਾਰ ਦਿਹਾੜਾ 14 ਮਾਘ ਨੂੰ ਸੀ। ਬਾਬਾ ਜੀ ਦੇ ਅਵਤਾਰ ਦਿਹਾੜੇ ਸਰਬਲੋ ਬੁੰਗਾ ਨੰਗਲੀ ਵਿਖੇ ਮਨਾਏ ਜਾ ਰਹੇ ਨੇ, ਤੇ ਗੁਰੂ ਖਾਲਸਾ ਜੀ 15-20 ਦਿਨਾਂ ਤੋਂ ਦੀਵਾਨ ਸਜ ਰਹੇ ਨੇ।
ਬਾਬਾ ਜੀ ਦੇ ਜੀਵਨ ਕੌਤਕਾਂ ਦੀ ਕਥਾ ਸੁਣਾਈ ਜਾ ਰਹੀ ਹੈ। ਜ਼ਿਮੀਂਦਾਰ ਥਾ ਵੀਰ ਉਦਾਰੈ, ਬਾਬਾ ਜੀ ਜਾਤੀ ਤੌਰ ਤੇ ਜ਼ਿਮੀਂਦਾਰ ਸਨ, ਵੱਡੇ ਬਹਾਦਰ ਸੂਰਮੇ ਸਨ। ਬੰਦਾ ਜਬ ਪੰਜਾਬ ਮੈਂ ਆਇਓ, ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਰਹਿ ਕਰਕੇ ਬਾਬਾ ਜੀ ਨੇ ਬੜੇ ਖੁਸ਼ੇ ਪ੍ਰਾਪਤ ਕੀਤੇ। ਉਹ ਇਤਿਹਾਸ ਆਪ ਜੀ ਨੇ ਪਿੱਛੇ ਸਰਵਣ ਕੀਤਾ ਹੈ। ਬੰਦਾ ਸਿੰਘ ਬਹਾਦਰ ਜਦੋਂ ਪੰਜਾਬ ਦੇ ਵਿੱਚ ਚੱਲ ਕਰਕੇ ਆਇਆ, ਸਿੰਘ ਹੋਏ ਇਹ ਸੰਗ ਰਹਾਇਓ। ਹਾਂ, ਬਾਬਾ ਜੀ ਦੇ ਚਰਨਾਂ ਵਿੱਚ ਇਹ ਸਿੰਘ ਹੋ ਕੇ ਰਿਹਾ। ਜਿਵੇਂ ਗੁਰੂ ਖਾਲਸਾ ਜੀ ਜਥੇ ਵਿੱਚ ਸਿੰਘ ਰਹਿੰਦੇ ਨੇ, ਉਹ ਜਥੇਦਾਰਾਂ ਦਾ ਗੁਰਮਤਾ ਮੰਨਦੇ ਨੇ। ਇਦਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਭਾਵੇਂ ਵੱਡੀ ਸ਼ਕਤੀ ਦੇ ਮਾਲਕ ਸਨ, ਪਰ ਉਹ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਾਹਮਣੇ ਆਪਣੇ ਆਪ ਨੂੰ ਗੁਰੂ ਕੇ ਪੰਥ ਦੇ ਸਿੰਘ ਜਾਣਦੇ ਸਨ ਅਤੇ ਬਾਬਾ ਜੀ ਨੂੰ ਜਥੇਦਾਰ ਸਮਝਿਆ ਕਰਦੇ ਸਨ। ਬੜੇ ਬੜੇ ਜੰਗਨ ਕੇ ਮਾਹੀ, ਹਾਂ, ਸੰਸਾਰ ਦੇ ਵਿੱਚ ਬੜੇ ਬੜੇ ਜੰਗ ਹੋਏ ਨੇ। ਜਦੋਂ ਗੁਰੂ ਖਾਲਸਾ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਚੱਲ ਕਰਕੇ ਆਏ, ਆਪ ਜੀ ਨੇ ਪੰਜਾਬ ਦੇ ਵਿੱਚ ਬੜੇ ਦੰਗੇ ਕਮਾਏ ਅਤੇ ਛਤਰ ਹੋਏ ਅਗਰ ਮਹਾਹੀ। ਹਾਂ, ਬਾਬਾ ਦੀਪ ਸਿੰਘ ਜੀ ਨੇ ਅੱਗੇ ਹੋ ਕਰਕੇ ਬੜੇ ਬੜੇ ਸ਼ਤਰੂਆਂ ਦਾ ਸੰਘਾਰ ਕਰਨਾ ਕੀਤਾ। ਸੂਰਬੀਰ ਜਾਤੈ ਬਿਦਤਾਇਓ, ਇਸ ਵਾਸਤੇ ਬਾਬਾ ਦੀਪ ਸਿੰਘ ਜੀ ਵੱਡੇ ਸੂਰਬੀਰ ਸੰਸਾਰ ਦੇ ਵਿੱਚ ਪ੍ਰਗਟ ਹੋਏ ਹਨ। ਪੰਥ ਵਾਹੇ ਮਰਤਬ ਵੱਡ ਪਾਇਓ, ਗੁਰੂ ਕੇ ਪੰਥ ਖਾਲਸੇ ਵਿੱਚ ਵੱਡਾ ਮਰਾਤਬਾ ਪਾਇਆ। ਨੰਦਾਂ ਦੀ ਪੁਰੀ ਵਿੱਚ ਜਿੱਥੇ ਗੁਰਦੁਆਰਾ ਸ਼ਹੀਦੀ ਬਾਗ ਹੈ, ਉੱਥੇ ਗੁਰੂ ਖਾਲਸਾ ਜੀ ਸਰਹੰਦ ਨੂੰ ਫਤਿਹ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਦੋਂ ਆਨੰਦਪੁਰ ਸਾਹਿਬ ਦੇ ਦਰਸ਼ਨ ਕੀਤੇ ਨੇ, ਬਾਬਾ ਦੀਪ ਸਿੰਘ ਜੀ ਦੇ ਕੋਲੋਂ ਕਥਾ ਸੁਣ ਕੇ ਪ੍ਰਭਾਵਿਤ ਹੋਏ ਨੇ। 3-4 ਮਹੀਨੇ ਉੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ, ਬਾਬਾ ਬਨੋਦ ਸਿੰਘ ਜੀ, ਬਾਬਾ ਕਾਹਨ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਸਾਰਿਆਂ ਨੇ ਇਕੱਠਿਆਂ ਹੋ ਕਰਕੇ ਬਾਬਾ ਦੀਪ ਸਿੰਘ ਜੀ ਨੂੰ ਸ਼ਹੀਦ ਦਾ ਖਿਤਾਬ ਦਿੱਤਾ। ਕਿਹਾ ਇਹ ਜਿੰਦਾ ਸ਼ਹੀਦ ਨੇ, ਔਰ ਸੀਸ ਦੇ ਉੱਪਰ ਫਰਲਾ ਝੁਲਾਇਆ। ਕਿਹਾ ਇਹ ਵੱਡੇ ਜਥੇਦਾਰ ਨੇ। ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੇ ਗੁਰੂ ਕੇ ਪੰਥ ਖਾਲਸੇ ਵਿੱਚ ਵੱਡੀ ਪਦਵੀ ਨੂੰ ਪ੍ਰਾਪਤ ਕੀਤਾ। ਇੱਕ ਗੁਰਬਖਸ਼ ਸਿੰਘ ਵੱਡ ਜੋਧਾ, ਗੁਰੂ ਖਾਲਸਾ ਜੀ ਇੱਕ ਬਾਬਾ ਗੁਰਬਖਸ਼ ਸਿੰਘ ਜੀ ਹੋਏ ਨੇ, ਜਿਹੜੇ ਵੱਡੇ ਯੋਧੇ ਸੂਰਮੇ ਜਰਨੈਲ ਹੋਏ ਨੇ। ਪਿਆਰੇ ਦਇਆ ਸਿੰਘ ਜੀ ਸ਼੍ਰੀ ਕੇਸਗੜ੍ਹ ਸਾਹਿਬ ਦੇ ਪਹਿਲੇ ਜਥੇਦਾਰ ਔਰ ਦੂਜੇ ਜਥੇਦਾਰ ਹੋਣ ਦਾ ਮਾਣ ਬਾਬਾ ਗੁਰਬਖਸ਼ ਸਿੰਘ ਜੀ ਨੂੰ ਪ੍ਰਾਪਤ ਹੋਇਆ ਹੈ। ਮਿਲਿਓ ਆਏ ਜਾਹੀ ਸੰਗ ਸੋਧਾ, ਗੁਰੂ ਖਾਲਸਾ ਜੀ ਇਹ ਵੀ ਬਾਬਾ ਦੀਪ ਸਿੰਘ ਜੀ ਦੇ ਜਥੇ ਵਿੱਚ ਆ ਕਰਕੇ ਮਿਲ ਗਏ। ਇਹਨਾਂ ਨੇ ਜ਼ਾਲਮਾਂ ਨੂੰ ਸੋਧਿਆ। ਇਹਨਾਂ ਵੀ ਆਪਣਾ ਸੀਸ ਤਲੀ ਉੱਪਰ ਟਿਕਾਇਆ ਹੋਇਆ ਸੀ। ਖੇਮ ਕਰਨ ਢਹਿਗ ਲੀਲ ਗਰਾਮੂ, ਹਾਂ, ਖੇਮ ਕਰਨ ਦੇ ਨੇੜੇ ਲੀਲ ਪਿੰਡ ਹੈ। ਉੱਥੋਂ ਦੇ ਗੁਰੂ ਖਾਲਸਾ ਜੀ ਬਾਬਾ ਗੁਰਬਖਸ਼ ਸਿੰਘ ਜੀ ਰਹਿਣ ਵਾਲੇ ਸਨ। ਉੱਥੋਂ ਦਾ ਬਾਬਾ ਗੁਰਬਖਸ਼ ਸਿੰਘ ਜੀ ਦਾ ਜਨਮ ਸੀ। ਪਿਤਾ ਦਾ ਨਾਮ ਬਾਬਾ ਦਸੌਂਦਾ ਸਿੰਘ ਸੀ। ਮਾਤਾ ਦਾ ਨਾਮ ਗੁਰੂ ਖਾਲਸਾ ਜੀ ਮਾਤਾ ਲక్ష్ਮੀ ਸੀ। 1688 ਈਸਵੀ ਦੇ ਵਿੱਚ ਬਾਬਾ ਜੀ ਦਾ ਅਵਤਾਰ ਹੋਇਆ। ਵਿਸਾਖ ਵਧੀ 5 ਨੂੰ ਤੇ ਬਿਕਰਮੀ ਗੁਰੂ ਖਾਲਸਾ ਜੀ ਤੇ ਮਹਾਂਪੁਰਸ਼ਾਂ ਦਾ ਐਸਾ ਗੁਰੂ ਖਾਲਸਾ ਜੀ ਚੇਨ ਚੱਕਰ ਸੀ। ਬਿਕਰਮੀ 1745 ਤੇ 1688 ਈਸਵੀ ਨੂੰ ਲੀਲ ਪਿੰਡ ਦੇ ਵਿੱਚ ਆਪ ਜੀ ਦਾ ਅਵਤਾਰ ਹੋਇਆ ਸੀ। ਜਾਟ ਤਹਾਂ ਕਾ ਥਾ ਯਹ ਨਾਮੂ, ਗੁਰੂ ਖਾਲਸਾ ਜੀ ਜ਼ਿਮੀਂਦਾਰ ਬਰਾਦਰੀ ਨਾਲ ਸੰਬੰਧ ਰੱਖਦੇ ਸਨ। ਇਹ ਮਿਸਲ ਸ਼ਹੀਦਾਂ ਤਰਨਾਦਾਲ ਦੇ ਦੂਜੇ ਜਥੇਦਾਰ ਹੋਏ ਨੇ। ਸੋ ਪੀ ਮਿਲਿਓ ਦੀਪ ਸਿੰਘ ਸੰਗੈ, ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਲ ਮਿਲ ਕਰਕੇ ਰਿਹਾ ਕਰਦੇ ਸਨ। ਅਤੇ 70 ਬਹੁ ਮਦ ਜੰਗੈ, ਜੰਗ ਦੇ ਮੈਦਾਨ ਦੇ ਵਿੱਚ ਬਹੁਤੇ ਵੈਰੀਆਂ ਨੂੰ ਆਪ ਨੇ ਪਾਰ ਲੰਘਾਉਣਾ ਕੀਤਾ। ਸਾਖੀ ਇਸ ਕੀ ਪਿੱਛੇ ਗਾਈ, ਗਿਆਨੀ ਗਿਆਨ ਸਿੰਘ ਜੀ ਕਹਿੰਦੇ ਪੰਥ ਪ੍ਰਕਾਸ਼ ਵਿੱਚ ਇਹਨਾਂ ਦਾ ਵੱਖਰਾ ਪ੍ਰਸੰਗ ਮੈਂ ਲਿਖਿਆ ਹੈ। ਗੁਰੂ ਖਾਲਸਾ ਜੀ ਅੱਗੇ ਤੁਹਾਨੂੰ ਗੁਰ ਸੰਗਤਾਂ ਨੂੰ ਮਿਸਲ ਸ਼ਹੀਦਾਂ ਤਰਨਾਦਾਲ ਦੀ ਲੜੀ ਵਿੱਚ ਉਹ ਕਥਾ ਸੁਣਾਵਾਂਗੇ। ਬਾਬਾ ਗੁਰਬਖਸ਼ ਸਿੰਘ ਜੀ ਇਹਨਾਂ ਬਾਰੇ ਗੁਰੂ ਖਾਲਸਾ ਜੀ
ਰਤਨ ਸਿੰਘ ਜੀ ਭੰਗੂ ਜੀ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ, ਸਵਾ ਪੈਰ ਨਿਸ ਕਰੈ ਸਨਾਨ, ਬਾਣੀ ਪੜੈ ਖੜ ਪੱਗ ਬਧਾਨ, ਸਰਬ ਲੋਕ ਕੀ ਪੂਜਾ ਕਰੇ, ਨਮਸਕਾਰ ਕਰ ਸ਼ਸਤਰ ਫੜੇ, ਸਰਬ ਲੋਕ ਗਲ ਮਾਲਾ ਪਾਵੈ, ਕੰਗਣ ਸਿਮਰਨ ਲੋਹ ਸੁਹਾਵੈ, ਲੋਹ ਚੱਕਰ ਲੋਹ ਤੋੜੇ ਧਾਰੈ, ਸਰਬ ਲੋਕ ਕੀ ਰੱਖਿਆ ਉਚਾਰੈ। ਇਹ ਬਾਬਾ ਜੀ ਦਾ ਜੀਵਨ ਸੀ। ਸਵਾ ਪੈਰ ਰਾਤ ਰਹਿੰਦਿਆਂ ਇਸ਼ਨਾਨ ਕਰ ਲੈਣਾ, ਖੜੇ ਹੋ ਕੇ ਦਮਾਲਾ ਚਲਾਉਣਾ, ਚੰਡੀ ਦੀ ਵਾਰ ਦਾ ਪਾਠ ਕਰਨਾ, ਸਰਬਲੋ ਦੇ ਬਰਤਨਾਂ ਦੀ, ਸਰਬਲੋ ਦੇ ਸ਼ਾਸਤਰਾਂ ਦੀ ਪੂਜਾ ਕਰਦੀ ਸਨ। ਸਰਬਲੋ ਦੀ ਮਾਲਾ ਗੁਰੂ ਖਾਲਸਾ ਜੀ ਗਲ ਵਿੱਚ ਪਾਉਂਦੇ ਸਨ। ਅਕਾਲ ਪੁਰਖ ਕੀ ਰੱਛਾ ਹਮਨੇ, ਸਰਬਲੋ ਦੀ ਰੱਛਿਆ ਹਮਨੇ, ਸਰਬ ਕਾਲ ਜੀ ਦੀ ਰੱਛਿਆ ਹਮਨੇ, ਸਰਬਲੋ ਜੀ ਦੀ ਸਦਾ ਰੱਛਿਆ ਹਮਨੇ। ਇਹਨਾਂ ਚਾਰ ਤੁਕਾਂ ਦੇ ਤਗੜੇ ਅਭਿਆਸੀ ਸਨ। ਗੁਰੂ ਖਾਲਸਾ ਜੀ ਕਈ ਵਾਰ ਇਹਨਾਂ ਚਾਰ ਤੁਕਾਂ ਦਾ ਆਪ ਜੀ ਨੇ ਸਵਾ ਲੱਖ ਜਾਪ ਕੀਤਾ ਸੀ। ਬੜ ਪ੍ਰਤਾਪੀ ਮਹਾਂਪੁਰਖ ਸਨ। ਜਾਂ ਤੇ ਯਹਾਂ ਨਾ ਲਿਖਹੁ ਭਾਈ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਇੱਥੇ ਮੈਂ ਥੋੜਾ ਹੀ ਇਤਿਹਾਸ ਨਾਮ ਮਾਤਰ ਹੀ ਕਵਾਂਗਾ, ਪਹਿਲਾਂ ਤੁਹਾਨੂੰ ਵੱਡਾ ਪ੍ਰਸੰਗ ਸੁਣਾ ਦਿੱਤਾ ਹੈ। ਸੰਧੂ ਸੁਦਾ ਸਿੰਘ ਲੜਾਕਾ। ਹਾਂ, ਬਾਬਾ ਸੁਦਾ ਸਿੰਘ ਜੀ ਇਹ ਸੰਧੂ ਗੋਤ ਦੇ ਸਨ। ਇਹ ਬੜੇ ਲੜਾਕੇ ਅਤੇ ਮਹਾਨ ਹੋਏ ਹਨ। ਗੁਰੂ ਖਾਲਸਾ ਜੀ, ਬਾਬਾ ਜੀ ਦਾ ਜਨਮ ਦਕੋਏ ਦੀ ਧਰਤੀ ਉੱਪਰ ਹੋਇਆ ਹੈ। ਬਾਬਾ ਬਕਾਲਾ ਸਾਹਿਬ ਦੇ ਨੇੜੇ ਕਰਤਾਰਪੁਰ ਹੈ, ਸਠਿਆਲੇ ਬਤਾਲੇ ਦੇ ਲਾਗੇ, ਉੱਥੇ ਹੀ ਦਕੋਆ ਪਿੰਡ ਹੈ। 1690 ਈਸਵੀ ਦੇ ਨੇੜੇ ਤੇੜੇ ਆਪ ਜੀ ਦਾ ਗੁਰੂ ਖਾਲਸਾ ਜੀ ਅਵਤਾਰ ਹੋਇਆ। ਬਾਬਾ ਸੁਦਾ ਸਿੰਘ ਜੀ ਚਾਰ ਭਾਈ ਸਨ। ਦਇਆ ਸਿੰਘ, ਗੁਰਬਖਸ਼ ਸਿੰਘ, ਸਿੰਘ ਸੁਦਾ, ਬਿਗਰ ਸਿੰਘ ਸਨੇ ਇਹ ਵੀ ਚਾਰ ਭਾਈ। ਦਇਆ ਸਿੰਘ, ਗੁਰਬਖਸ਼ ਸਿੰਘ, ਸੁਦਾ ਸਿੰਘ ਤੇ ਬਾਬਾ ਬਿਗਰ ਸਿੰਘ, ਇਹ ਚਾਰ ਭਰਾਵਾਂ ਦੇ ਨਾਮ ਆਉਂਦੇ ਨੇ। ਗ੍ਰਾਮ ਦਕੋਹੇ ਕਾਥਾ ਬੰਕਾ। ਗੁਰੂ ਖਾਲਸਾ ਜੀ ਸੰਧੂ ਗੋਤ ਦੇ ਸਨ ਤੇ ਦਕੋਏ ਪਿੰਡ ਦੇ ਸਨ ਤੇ ਬੜੇ ਬਾਂਕੇ ਜੰਗ ਦੇ ਮੈਦਾਨ ਦੇ ਵਿੱਚ ਜੂਝਣ ਵਾਲੇ, ਲੜਨ ਵਾਲੇ ਫਰਤੀਲੇ ਮਹਾਂਪੁਰਖ ਸਨ। ਹੁਤੋ ਤਾਂ ਕਾ ਬਸਨੇ ਵਾਰਾ। ਗੁਰੂ ਖਾਲਸਾ ਜੀ ਦਕੋਏ ਦੇ ਵਸਣ ਵਾਲੇ ਸਨ। ਸੋ ਪੀ ਮਿਲਿਓ ਇਨੈ ਅਪਾਰਾ। ਹਾਂ, ਇਹ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਲ ਮਿਲੇ ਔਰ ਜੰਗ ਦੇ ਮੈਦਾਨ ਦੇ ਵਿੱਚ ਜੂਝੇ। ਇਹਨਾਂ ਨੂੰ ਮਿਸਲ ਸ਼ਹੀਦਾਂ ਤਰਨਾ ਦਲ ਦੇ ਤੀਜੇ ਮੁਖੀ ਹੋਣ ਦਾ ਮਾਨ ਪ੍ਰਾਪਤ ਹੋਇਆ ਹੈ। ਨੱਥਾ ਸਿੰਘ ਆਦਿਕ ਸਰਦਾਰੂ। ਗੁਰੂ ਖਾਲਸਾ ਜੀ ਬਾਬਾ ਨੱਥਾ ਸਿੰਘ ਜੀ ਹੋਏ ਨੇ। ਪਾਕਿਸਤਾਨ ਦੇ ਵਿੱਚ ਪਿੰਡ ਕਾਲੇ ਕੇ ਹੈ, ਉੱਥੋਂ ਦਾ ਆਪ ਜੀ ਦਾ ਜਨਮ ਸੀ ਅਤੇ ਪਿਤਾ ਜੀ ਦਾ ਨਾਮ ਗੁਰੂ ਖਾਲਸਾ ਜੀ ਬਾਬਾ ਸੇਵਾ ਸਿੰਘ। ਆਪ ਜੀ ਗੋਤ ਦੇ ਮਾਹਿਲ ਸਨ, ਜ਼ਿਮੀਂਦਾਰਾ ਕਰਦੇ ਸਨ। ਦੋ ਭਰਾ ਸਨ, ਇੱਕ ਬਾਬਾ ਦਿਆਲ ਸਿੰਘ, ਇੱਕ ਬਾਬਾ ਨੱਥਾ ਸਿੰਘ। ਦੀਪ ਸਿੰਘ ਸ਼ਾਹੀਦ ਉਦਾਰੇ, ਭਇਓ ਪੰਥ ਮੈਂ ਬਿਦਤੇ ਅਪਾਰੇ, ਤਿਸ ਤੇ ਅੰਮ੍ਰਿਤ ਇਨਹੂ ਲਿਓ, ਨਾਮ ਸ਼ਹੀਦ ਇਨੈ ਇਮਥਿਓ। ਬਾਬਾ ਦੀਪ ਸਿੰਘ ਸਾਹਿਬ ਜੀ ਦੇ ਕੋਲੋਂ ਇਹਨਾਂ ਨੇ ਅੰਮ੍ਰਿਤ ਛਕਿਆ ਸੀ। ਇਹ ਪੰਥ ਪ੍ਰਕਾਸ਼ ਦੀਆਂ ਤੁਕਾਂ ਨੇ। ਗੁਰੂ ਖਾਲਸਾ ਜੀ, ਇਹਨਾਂ ਨੂੰ ਮਾਨ ਪ੍ਰਾਪਤ ਹੋਇਆ ਤਰਨੇ ਦਲ ਦੇ ਪੰਜਵੇਂ ਮੁਖੀ ਹੋਣ ਦਾ। ਗੁਰੂ ਖਾਲਸਾ ਜੀ ਪਹਿਲੇ ਬਾਬਾ ਦੀਪ ਸਿੰਘ ਜੀ, ਦੂਜੇ ਮੁਖੀ ਗੁਰੂ ਖਾਲਸਾ ਜੀ ਬਾਬਾ ਗੁਰਬਖਸ਼ ਸਿੰਘ ਜੀ, ਤੀਜੇ ਬਾਬਾ ਸੁਦਾ ਸਿੰਘ ਜੀ, ਚੌਥੇ ਬਾਬਾ ਕਰਮ ਸਿੰਘ ਜੀ ਹੋਏ ਨੇ। ਉਹਨਾਂ ਦਾ ਜ਼ਿਕਰ ਅੱਗੇ ਆਏਗਾ। ਔਰ ਪੰਜਵੇਂ ਮੁਖੀ ਬਾਬਾ ਨੱਥਾ ਸਿੰਘ ਜੀ। ਰਹਿਤ ਸੰਗ ਨਿਤ ਇਨਹਿ ਉਦਾਰੂ। ਬਾਬਾ ਦੀਪ ਸਿੰਘ ਜੀ ਦੇ ਨਾਲ ਬਾਬਾ ਨੱਥਾ ਸਿੰਘ ਜੀ ਇਤਿਆਦਿਕ ਸਰਦਾਰ ਰਹਿੰਦੇ ਸਨ। ਜਥਾ ਇਨੋ ਕਾ ਬਾਡੇ ਕਥਾਇਓ। ਗੁਰੂ ਖਾਲਸਾ ਜੀ ਇਹਨਾਂ ਦਾ ਇੱਕ ਵੱਡਾ ਜਥਾ ਸੀ, ਜਿਹੜਾ ਸ਼ਹੀਦਾਂ ਦਾ ਜਥਾ ਅਖਵਾਉਂਦਾ ਸੀ। ਦੀਪ ਸਿੰਘ ਸਰਦਾਰ ਰਹਾਇਓ। ਬਾਬਾ ਦੀਪ ਸਿੰਘ ਜੀ ਇਹਨਾਂ ਦੇ ਵੱਡੇ ਸਰਦਾਰ ਰਹੇ ਨੇ। ਬੰਦੇ ਸੋ ਜਬ ਝਗੜਾ ਪਇਓ। ਜਦੋਂ ਗੁਰੂ ਖਾਲਸਾ ਜੀ ਬੰਦਾ ਸਿੰਘ ਜੀ ਬਹਾਦਰ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗ ਪਏ,
ਗੁਰੂ ਕੇ ਪੰਥ ਖਾਲਸੇ ਦਾ ਬੰਦੇ ਨਾਲ ਝਗੜਾ ਵੱਧ ਗਿਆ। ਤਿਸ ਤੈ ਪੰਥ ਨਿਆਰਾ ਥਇਓ। ਗੁਰੂ ਕੇ ਪੰਥ ਖਾਲਸੇ ਨੇ ਬੰਦੇ ਬਹਾਦਰ ਦਾ ਸੰਗ ਛੱਡ ਦਿੱਤਾ। ਬੰਦੇ ਨੇ ਆਪਣਾ ਵੱਖਰਾ ਪੰਥ ਚਲਾ ਲਿਆ। ਉਹ ਦਰਸ਼ਨ ਜੀ ਕਾ ਖਾਲਸਾ, ਦਰਸ਼ਨ ਜੀ ਕੀ ਫਤਿਹ ਬੁਲਾਉਣ ਲੱਗ ਪਏ। ਦੀਪ ਸਿੰਘ ਨੇ ਤਬ ਨਿਜ ਝੰਡਾ। ਬਾਬਾ ਦੀਪ ਸਿੰਘ ਜੀ ਨੇ ਆਪਣਾ ਨਿਸ਼ਾਨ ਵੱਖਰਾ ਕਰ ਲਿਆ। ਆਪਣੇ ਜਥੇ ਨੂੰ, ਆਪਣੇ ਸਿੰਘਾਂ ਨੂੰ ਵੱਖਰਿਆਂ ਕਰਕੇ ਔਰ ਸ਼੍ਰੀ ਦਮਦਮੇ ਸਾਹਿਬ ਜਾ ਕੇ ਆਸਣ ਲਾ ਲਿਆ। ਸਭ ਤੇ ਪਹਿਲੇ ਨਿਆਰਾ ਮੰਡਾ। ਸਭ ਤੋਂ ਪਹਿਲਾਂ ਗੁਰੂ ਖਾਲਸਾ ਜੀ ਬੰਦੇ ਬਹਾਦਰ ਦਾ ਵਿਰੋਧ ਬਾਬਾ ਦੀਪ ਸਿੰਘ ਜੀ ਨੇ ਕੀਤਾ। ਜਦੋਂ ਗੁਰੂ ਕੀ ਮਰਿਆਦਾ ਤੋਂ ਥਿੜਕੇ ਔਰ ਪੰਥ ਵੀ ਸਭੀ ਮਿਲਾਇਓ। ਸਾਰਾ ਗੁਰੂ ਕਾ ਪੰਥ ਖਾਲਸਾ ਬਾਬਾ ਦੀਪ ਸਿੰਘ ਜੀ ਦੇ ਪਿੱਛੇ ਲੱਗ ਟੁਰਿਆ। ਤਤ ਖਾਲਸਾ ਜੋ ਬਿਦਤਾਇਓ। ਜੋ ਬਾਅਦ ਵਿੱਚ ਤਤ ਖਾਲਸਾ ਪ੍ਰਗਟ ਹੋਇਆ, ਜਿਸ ਦੇ ਪ੍ਰਥਮ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਹੋਏ ਹਨ। ਜਬ ਜਬ ਜੰਗ ਖਾਰੇ ਪਰੇ। ਜਦੋਂ ਜਦੋਂ ਗੁਰੂ ਖਾਲਸਾ ਜੀ ਪੰਥ ਤੇ ਭੀੜ ਬਣੀ ਹੈ, ਜੰਗ ਦੇ ਅਖਾੜੇ ਲੱਗੇ ਹਨ। ਦੀਪ ਸਿੰਘ ਹੋਇਆ ਅੱਗੇ ਲੜੇ। ਬਾਬਾ ਦੀਪ ਸਿੰਘ ਜੀ ਅੱਗੇ ਹੋ ਕਰਕੇ ਲੜੇ ਹਨ। ਤਦੋਂ ਇਸ ਕੇ ਸੰਗੀ ਸਿੰਘ ਪਾਰੇ। ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸੰਗੀ ਬੜੇ ਸਿੰਘ ਸਨ। ਬਾਬਾ ਜੀ ਦੇ ਨਾਲ ਰਹਿਣ ਵਾਲੇ ਸੰਗੀ ਸਾਥੀ, ਉਹਨਾਂ ਦੀ ਗਿਣਤੀ ਨਹੀਂ। ਉਹਨਾਂ ਦੇ ਜੀਵਨ ਕੌਤਕਾਂ ਦੀ, ਉਹਨਾਂ ਦੀਆਂ ਵਡਿਆਈਆਂ ਗਿਣੀਆਂ ਨਹੀਂ ਜਾ ਸਕਦੀਆਂ। ਹੈ ਸ਼ਹੀਦ 70 ਹੱਥ ਭਾਰੇ। ਜਿੰਨੇ ਸ਼ਹੀਦ ਹੋਏ ਨੇ, ਜਿਨ੍ਹਾਂ ਨੇ ਬੜੇ ਬੜੇ ਵੈਰੀਆਂ ਨੂੰ ਮਾਰਨਾ ਕੀਤਾ ਹੈ। ਨਾਮ ਸ਼ਹੀਦਾਂ ਵਾਲਾ ਡੇਰਾ। ਗੁਰੂ ਖਾਲਸਾ ਜੀ ਜਿੱਥੇ ਸ਼ਹੀਦ ਉਤਰਦੇ ਸਨ, ਉਹ ਡੇਰੇ ਨੂੰ ਕਹਿੰਦੇ ਸੀ ਵੀ ਇਹ ਸ਼ਹੀਦਾਂ ਦਾ ਡੇਰਾ ਹੈ। ਜਿੱਥੇ ਬਾਬਾ ਦੀਪ ਸਿੰਘ ਜੀ ਦੇ ਸਿੰਘ ਉਤਰਦੇ, ਉਹਨਾਂ ਦੀ ਛਾਉਣੀ ਹੁੰਦੀ, ਕਹਿੰਦੇ ਸ਼ਹੀਦਾਂ ਵਾਲਾ ਡੇਰਾ ਹੈ। ਵਿਦਤਿਓ ਜਾਤ ਇਹੋ ਬਧੇਰਾ। ਇਸ ਵਾਸਤੇ ਗੁਰੂ ਕੇ ਪੰਥ ਖਾਲਸੇ ਵਿੱਚ ਇਹ ਸ਼ਹੀਦਾਂ ਦਾ ਪੰਥ ਬੜਾ ਵਧਿਆ ਹੈ। ਲੋਕ ਸ਼ਹੀਦਾਂ ਦਾ ਸਤਿਕਾਰ ਬੜਾ ਕਰਦੇ ਸਨ। ਜਿੱਥੇ ਬਾਬਾ ਦੀਪ ਸਿੰਘ ਦੀਆਂ ਫੌਜਾਂ ਉਤਰਨੀਆਂ, ਕਹਿਣਾ ਸ਼ਹੀਦਾਂ ਨੇ ਡੇਰਾ ਕੀਤਾ ਹੈ। ਲੋਕਾਂ ਨੇ ਵੇਖ ਕਰਕੇ ਇਹਨਾਂ ਦੀ ਰਹਿਣੀ ਬਹਿਣੀ ਇਹਨਾਂ ਵਿੱਚ ਰਲ ਜਾਣਾ। ਇਸ ਲਈ ਇਹ ਵੱਡਾ ਪੰਥ ਜਗਤ ਦੇ ਵਿੱਚ ਬਾਹਲਾ ਪ੍ਰਗਟ ਹੋਇਆ ਹੈ। ਜਬ ਜਬ ਸ਼ਾਹੇ ਦੁਰਾਨੀ ਆਇਓ। ਜਦੋਂ ਜਦੋਂ ਗੁਰੂ ਖਾਲਸਾ ਜੀ ਉਬਦਾਲੀ ਦੁਰਾਨੀ ਚੜ ਕਰਕੇ ਆਇਆ ਹੈ। ਮਾਰ ਲੂਟ ਇਨ ਸੋ ਸੰਤਾਇਓ। ਉਹਨੇ ਆ ਕਰਕੇ ਹਿੰਦੁਸਤਾਨ ਦੇ ਲੋਕਾਂ ਨੂੰ ਲੁੱਟਿਆ ਹੈ ਤੇ ਗੁਰੂ ਕੇ ਪੰਥ ਖਾਲਸੇ ਨੂੰ ਉਹਨੂੰ ਲੁੱਟਿਆ ਹੈ। ਉਹ ਇਹ ਪੰਥ ਦੀ, ਇਹ ਜਥੇ ਦੀ ਮਾਰ ਕੁੱਟ ਤੋਂ ਦੁਖੀ ਹੋ ਗਿਆ ਵੀ ਇਹ ਕੌਣ ਹੁੰਦੇ ਨੇ। ਮੈਂ ਹਿੰਦੁਸਤਾਨੀਆਂ ਨੂੰ ਲੁੱਟਦਾ ਹਾਂ, ਉਹ ਸੀ ਨਹੀਂ ਕਰਦੇ, ਇਹ ਮੈਨੂੰ ਲੁੱਟ ਲੈਂਦੇ ਨੇ। ਇਹ ਕੌਣ ਨੇ? ਇਹਨਾਂ ਤੋਂ ਦੁਖੀ ਹੋ ਗਿਆ ਜਦੋਂ ਇਹਨਾਂ ਨੇ ਅਬਦਾਲੀ ਨੂੰ ਮਾਰਿਆ, ਕੁੱਟਿਆ, ਲੁੱਟਿਆ। 18 ਸੈ ਵਿੱਚ 18। ਗਿਆਨੀ ਗਿਆਨ ਸਿੰਘ ਜੀ ਕਹਿੰਦੇ 1818 ਬਿਕਰਮੀ ਸਨ ਬਣਦੀ ਹੈ 1761। ਵਿਕੀਪੀਡੀਆ ਤੇ ਵੀ ਇੰਨੀ ਲਿਖੀ ਹੈ। ਗੁਰੂ ਖਾਲਸਾ ਜੀ 1818 ਬਿਕਰਮੀ ਤੇ 1761 ਈਸਵੀ ਵਿੱਚ ਕਰ ਦੁਰਾਨੀਓ ਜੰਗ ਕਰਾਰਾ। ਹਾਂ, ਦੁਰਾਨੀਆਂ ਦੇ ਨਾਲ ਗੁਰੂ ਕੇ ਪੰਥ ਖਾਲਸੇ ਨੇ ਜੰਗ ਕੀਤਾ। ਇਸੇ ਜਥੇ ਨੇ ਬਾਬਾ ਦੀਪ ਸਿੰਘ ਜੀ ਦਾ ਜਥਾ ਹੀ ਗੁਰੂ ਖਾਲਸਾ ਜੀ ਦੁਰਾਨੀਆਂ ਦੇ ਅੱਗੇ ਅੜਿਆ ਹੈ। ਦੇਸ਼ ਪੰਜਾਬੋਂ ਪੰਥ ਨਿਕਾਰਾ। ਪੰਜਾਬ ਦੇ ਵਿੱਚੋਂ ਪੰਥ ਨੇ ਹੀ ਦੁਰਾਨੀਆਂ ਨੂੰ ਕੱਢਣਾ ਕੀਤਾ। ਅੰਮ੍ਰਿਤਸਰ ਗਿਰਿਓ ਗੁਰਦੁਆਰਾ। ਇਹ ਗੱਲ ਉਦੋਂ ਦੀ ਹੈ ਜਦੋਂ ਅੰਮ੍ਰਿਤਸਰ ਦੇ ਵਿੱਚ ਸਿੱਖਾਂ ਦੀ ਜਾਨ, ਸਿੱਖਾਂ ਦੇ ਦਿਲਾਂ ਦੀ ਧੜਕਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਤੁਰਕਾਂ ਨੇ ਘੇਰਨਾ ਕੀਤਾ ਸੀ। ਕਰੀ ਬੇਅਦਬੀ ਔਰ ਮਹਾਏ। ਗੁਰੂ ਖਾਲਸਾ ਜੀ ਬੇਅਦਬੀ ਕੀਤੀ ਸੀ। ਆ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਿੰਘਣ ਕੀ ਕੁਛ ਪੇਸ਼ ਨਾ ਜਾਏ। ਜਦੋਂ ਗੁਰੂ ਕਿਆਂ ਸਿੰਘਾਂ ਦੀ ਕੋਈ ਪੇਸ਼ ਨਾ ਗਈ, ਸੁਣ ਗੁਰਬਖਸ਼ ਸਿੰਘ ਵੱਡ ਜੋਧਾ। ਉਸ ਵਕਤ ਬਾਬਾ ਦੀਪ ਸਿੰਘ ਸਾਹਿਬ ਜੀ ਜੂਝੇ। ਖਬਰ ਗਈ, ਪਹਿਲਾਂ ਬਾਬਾ ਭਾਗ ਸਿੰਘ ਜੀ, ਨਿਹੰਗ ਸਿੰਘ ਜੀ, ਉਹ ਅੰਮ੍ਰਿਤਸਰੋਂ ਘੋੜੇ ਭਜਾ ਕੇ ਬਾਬਾ ਦੀਪ ਸਿੰਘ ਕੋਲ ਗਏ। ਬਾਬਾ ਜੀ ਨੇ ਤਿਆਰੀ ਕੀਤੀ। ਬਾਬਾ ਜੀ ਨੇ ਕਿਹਾ ਬਾਬਾ ਗੁਰਬਖਸ਼ ਸਿੰਘ ਜੀ ਨੂੰ ਵੀ ਕਹੋ, ਉਹ ਵੀ ਫੌਜਾਂ ਲੈ ਕੇ ਆਉਣ।
ਤੇ ਸੁਣ ਕਰਕੇ ਬਾਬਾ ਗੁਰਬਖਸ਼ ਸਿੰਘ ਜੀ ਵੱਡੇ ਯੋਧੇ ਆਨੰਦਪੁਰ ਸਾਹਿਬ ਤੋਂ ਆਏ। ਆਨੰਦਪੁਰ ਤੈ ਚੜਿਓ ਸੋ ਕ੍ਰੋਧਾ। ਆਨੰਦਪੁਰ ਸਾਹਿਬ ਤੋਂ ਚੜ ਕਰਕੇ ਆਏ ਨੇ ਬੜੇ ਕ੍ਰੋਧ ਦੇ ਸਹਿਤ। 4000 ਸਵਾਰੈ ਸੰਗ। ਗੁਰੂ ਖਾਲਸਾ ਜੀ 4000 ਅਸਵਾਰ ਉਹਨਾਂ ਦੇ ਨਾਲ ਆਏ। ਆਏ ਸੁਦਾਸਰ ਕੀਨੋ ਜੰਗ। ਅੰਮ੍ਰਿਤਸਰ ਸਾਹਿਬ ਦੇ ਵਿੱਚ ਆ ਕਰਕੇ ਉਹਨਾਂ ਨੇ ਜੰਗ ਕੀਤਾ। ਥਇਓ ਸ਼ਹੀਦ ਮਾਰ ਬਹੁ ਸਤਰੈ। ਹਾਂ, ਪਹਿਲਾਂ ਹੀ ਬਾਬਾ ਦੀਪ ਸਿੰਘ ਜੀ ਦੇ ਜਥੇ ਨੇ ਬੜੇ ਬੜੇ ਤੁਰਕ ਮਾਰੇ ਸੀ, ਬੜੇ ਬੜੇ ਸਿੰਘ ਸ਼ਹੀਦ ਹੋਏ ਸਨ। ਬਾਬਾ ਗੁਰਬਖਸ਼ ਸਿੰਘ ਜੀ ਨੇ ਆ ਕਰਕੇ ਸ਼ਹੀਦਾਂ ਦਾ ਸੰਸਕਾਰ ਕੀਤਾ ਤੇ ਗੁਰੂ ਖਾਲਸਾ ਜੀ ਜਿੱਥੇ ਜਿੱਥੇ ਦੁਰਾਨੀਆਂ ਦੇ ਕੰਪ ਸਨ, ਤਵਾਰੀ ਗੁਰੂ ਖਾਲਸਾ ਵਿੱਚ ਲਿਖਿਆ, ਉੱਥੇ ਜਾ ਕੇ ਲੁੱਟਾਂ ਮਚਾਈਆਂ। ਗੁਰੂ ਖਾਲਸਾ ਜੀ ਇਹ ਫਿਰ ਚੜ੍ਹ ਕਰਕੇ ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਦੀ ਤਰਫ ਆਏ, ਬਾਬਾ ਜੀ ਨੇ ਜੰਗ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਦੇ ਪਿੱਛੇ ਉਹਨਾਂ ਦਾ ਆਸਣ ਹੈ। ਤੋਪੀ ਰਹੇ ਦੁਰਾਨੀ ਤਤਰੇ। ਬਾਬਾ ਜੀ ਨੇ ਮਾਰ ਦਿੱਤੇ ਬਹੁਤੇ ਦੁਰਾਨੀ ਬਾਬਾ ਦੀਪ ਸਿੰਘ ਜੀ ਨੇ, ਪਰ ਫਿਰ ਵੀ ਗੁਰੂ ਖਾਲਸਾ ਜੀ ਉਹ ਰਹਿ ਗਏ ਤੇ ਉਹਨਾਂ ਦੇ ਤਾਈ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ, ਉਹਨਾਂ ਨੇ ਗੁਰੂ ਖਾਲਸਾ ਜੀ ਸੋਧਾ ਲਾਉਣਾ ਕੀਤਾ। ਦੇਸ਼ ਮਾਲਵੇ ਮਾਹੇ ਉਦਾਰਾ। ਸਾਰੀ ਸਾਖੀ ਗਿਆਨੀ ਗਿਆਨ ਸਿੰਘ ਜੀ ਸੁਣਾਉਂਦੇ ਨੇ, ਕਹਿੰਦੇ ਮਾਲਵੇ ਦੇਸ਼ ਦੇ ਵਿੱਚ ਬੜਾ ਚੰਗਾ ਥਾਂ ਹੈ। ਆਹੇ ਦਮਦਮਾ ਜਹ ਗੁਰਦੁਆਰਾ। ਜਿੱਥੇ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਗੁਰੂ ਕੀ ਕਾਂਛੀ ਹੈ। ਤੈ ਤੈ ਚੜ ਆਇਓ ਸਹਿ ਜੋਰੈ। ਉਥੋਂ ਚੜ ਕਰਕੇ ਜੋਰ ਦੇ ਸਹਿਤ ਬਾਬਾ ਦੀਪ ਸਿੰਘ ਜੀ ਆਏ। 5000 ਸਵਾਰ ਬਟੋਰੈ। ਬਾਬਾ ਜੀ ਦੇ ਨਾਲ 5000 ਘੋੜਸਵਾਰ ਸਨ। ਅੰਮ੍ਰਿਤਸਰ ਚੱਬੇ ਢਿਗ ਭਾਰਾ। ਅੰਮ੍ਰਿਤਸਰ ਸਾਹਿਬ ਦੇ ਕੋਲ ਚੱਬਿਆ ਪਿੰਡ ਹੈ, ਉੱਥੇ ਭਾਰੀ ਜੰਗ ਕੀਤਾ। ਕਰਿਓ ਜਾਂਗੇਨ ਅਤੀ ਕਰਾਰਾ। ਬਾਬਾ ਜੀ ਨੇ ਬਹੁਤਾ ਡਾਢਾ ਜੰਗ ਕੀਤਾ, ਕਈਆਂ ਨੂੰ ਪਾਰ ਨੰਗਾਉਣਾ ਕੀਤਾ ਤੁਰਕਾਂ ਨੂੰ। ਅਨਕ ਸੰਗੀਆਂ ਲਈ ਸ਼ਹੀਦੀ। ਬਾਬਾ ਜੀ ਦੇ ਨਾਲ 88 ਸਿੰਘਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਤੇ 5000 ਗੁਰੂ ਕੇ ਸਿੰਘਾਂ ਵਿੱਚੋਂ ਕਈ ਸਿੰਘ ਜ਼ਖਮੀ ਹੋ ਗਏ। ਇੱਕ ਸਿੰਘ ਭਗਿਓ ਨਾ ਹੋਇਆ ਕਹਿ ਗੀਦੀ। ਗਜ਼ਬ ਦੀ ਗੱਲ ਹੈ, 5000 ਦੇ ਵਿੱਚੋਂ ਇੱਕ ਵੀ ਸਿੰਘ ਕਾਇਰ ਹੋ ਕੇ ਨਹੀਂ ਭੱਜਿਆ। ਗੁਰੂ ਖਾਲਸਾ ਜੀ ਅੱਗੇ ਸਿਰ ਢਾਹ ਕੇ, ਛਾਤੀਆਂ ਢਾਹ ਕੇ ਅੜ ਕੇ ਲੜੇ ਹਨ। ਤਾਲ ਰਾਮ ਸਰ ਗੁਰ ਕਾ ਜਹਾਂ। ਜਿੱਥੇ ਗੁਰੂ ਖਾਲਸਾ ਜੀ ਰਾਮਸਰ ਗੁਰੂ ਸਾਹਿਬ ਜੀ ਦਾ ਪਾਵਨ ਸਰੋਵਰ ਹੈ। ਹਯੋ ਸ਼ਹੀਦ ਦੀਪ ਸਿੰਘ ਤਹਾਂ। ਬਾਬਾ ਦੀਪ ਸਿੰਘ ਜੀ ਦਾ ਉੱਥੇ ਸ਼ਹੀਦਗੰਜ ਹੈ, ਉੱਥੇ ਬਾਬਾ ਜੀ ਦਾ ਸੰਸਕਾਰ ਹੋਇਆ। ਸਾਖੀ ਇਸ ਕੀ ਸਭ ਵਿਦਿਆਛੇ। ਭਲੀ ਪ੍ਰਕਾਰ ਤੁਹਾਨੂੰ ਸਾਖੀ ਆਖੀ ਹੈ। ਗੁਰੂ ਖਾਲਸਾ ਜੀ ਪਹਿਲਾਂ ਬਾਬਾ ਦੀਪ ਸਿੰਘ ਜੀ ਆਏ, ਫਿਰ ਨੰਦਾ ਦੀ ਪੁਰੀ ਤੋਂ ਬਾਬਾ ਗੁਰਬਖਸ਼ ਸਿੰਘ ਜੀ ਆਏ, ਕਿਉਂਕਿ ਪਹਿਲਾਂ ਸੁਨੇਹਾ ਮਿਲਿਆ ਸੀ ਬਾਬਾ ਦੀਪ ਸਿੰਘ ਜੀ ਨੂੰ। ਬਾਅਦ ਵਿੱਚ ਗੁਰੂ ਖਾਲਸਾ ਜੀ ਬਾਬਾ ਗੁਰਬਖਸ਼ ਸਿੰਘ ਜੀ ਨੂੰ ਸੁਨੇਹਾ ਮਿਲਿਆ, ਬਾਬਾ ਦੀਪ ਸਿੰਘ ਜੀ ਜੂਝ ਗਏ ਤੇ ਬਾਬਾ ਗੁਰਬਖਸ਼ ਸਿੰਘ ਜੀ 1-2 ਦਿਨ ਪਿੱਛੋਂ ਆਏ ਨੇ। ਆ ਕਰਕੇ ਬਾਬਾ ਜੀ ਦੇ ਸਰੀਰ ਦਾ ਸੰਸਕਾਰ ਹੱਥੀਂ ਕੀਤਾ, ਸ਼ਹੀਦਾਂ ਦੇ ਅੰਗੀਠੇ ਬਣਾਏ। ਚੱਬੇ ਦੀ ਧਰਤੀ ਉੱਪਰ ਆ ਕਰਕੇ ਜੰਗ ਦਾ ਮਾਹੌਲ ਵੇਖਿਆ। ਗੁਰੂ ਖਾਲਸਾ ਜੀ ਜਿੱਥੇ ਬਾਬਾ ਗੁਰਬਖਸ਼ ਸਿੰਘ ਜੀ ਨੇ ਆ ਕੇ ਆਸਣ ਲਾਇਆ, ਉੱਥੇ ਨਿਸ਼ਾਨ ਸਾਹਿਬ ਝੁਲਦਾ ਪਿਆ ਹੈ। ਜਿੱਥੇ ਆ ਕਰਕੇ ਸ਼ਹੀਦਾਂ ਦੇ ਸੀਸ, ਸ਼ਹੀਦਾਂ ਦੇ ਤਾੜੇ ਇਕੱਤਰਿਤ ਕੀਤੇ, ਸ਼ਹੀਦਾਂ ਦੀ ਸਰ ਭੂਮੀ ਨੂੰ ਆ ਕਰਕੇ ਮੱਥਾ ਟੇਕਿਆ, ਉੱਥੇ ਗੁਰੂ ਖਾਲਸਾ ਜੀ ਯਾਦਗਾਰੀ ਨਿਸ਼ਾਨ ਸਾਹਿਬ ਹੈ। ਸਮਾਧਾ ਬਾਬਾ ਨੌ ਸਿੰਘ ਜੀ ਦੇ ਪਾਵਨੇ ਅਸਥਾਨ ਦੇ ਉੱਪਰ ਲੰਗਰ ਤੋਂ ਪਿਛਲੇ ਪਾਸੇ ਝੁਲਦਾ ਹੈ, ਜਿੱਧਰ ਬਾਬਾ ਮੱਖਣ ਸਿੰਘ ਸਾਹਿਬ ਜੀ ਜੋ ਤਰਨੇਦਾਲ ਦੇ 14ਵੇਂ ਜਥੇਦਾਰ ਨੇ, ਉਹਨਾਂ ਦਾ ਅੰਗੀਠਾ ਸਾਹਿਬ ਹੈ। ਗੁਰੂ ਖਾਲਸਾ ਸਾਧ ਸੰਗਤ ਜੀ, ਆਮ ਨਿਹੰਗ ਸਿੰਘਾਂ ਦੇ ਵਿੱਚ ਹੁਣ ਵੀ ਮਰਿਆਦਾ ਹੈ। ਜਦੋਂ ਕੋਈ ਮੁਖੀ ਚੜ੍ਹਾਈ ਕਰ ਜਾਵੇ, ਉਸ ਤੋਂ ਪਹਿਲਾਂ ਗੁਰਮਤਾ ਕਰਕੇ ਨਵਾਂ ਮੁਖੀ ਥਾਪਦੇ ਨੇ। ਉਹਦੇ ਕੋਲੋਂ ਗੁਰੂ ਖਾਲਸਾ ਜੀ ਜਿਹੜੇ ਪਹਿਲੇ ਮੁਖੀ, ਉਹਨਾਂ ਦੇ ਅੰਗੀਠੇ ਨੂੰ ਅਗਨੀ ਲਵਾਉਂਦੇ ਨੇ, ਝੰਡਾ ਗੁਰੂ ਖਾਲਸਾ ਜੀ ਲਗਾਉਂਦੇ ਹਨ। ਬਾਬਾ ਦੀਪ ਸਿੰਘ ਜੀ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਜੀ ਮੁਖੀ ਬਣੇ।
ਆਪ ਜੀ ਨੇ ਜਿੱਥੇ ਜਿੱਥੇ ਤੁਰਕਾਂ ਦੇ ਕੰਪ ਸਨ, ਰਾਤ ਨੂੰ ਜਾਣਾ, ਅੱਗ ਲਾਉਣੀ, ਸਾੜ ਦੇਣੇ, ਦਿਨੇ ਦੁਰਾਨੀ ਵੇਖਣਾ, ਝਟਕਾ ਦੇਣਾ, ਕਿਉਂਕਿ ਰੋਹ ਸੀ। ਦੁਰਾਨੀਆਂ ਨਾਲ ਜੰਗ ਕਰਦੇ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਸਨ। ਓੜਕ ਗੁਰੂ ਖਾਲਸਾ ਜੀ 11 ਨਵੰਬਰ ਨੂੰ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਨੇ। 14-15 ਨਵੰਬਰ ਨੂੰ ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਲ ਇਹਨਾਂ ਦਾ ਗੁਰੂ ਖਾਲਸਾ ਜੀ ਆਮਣਾ ਸਾਹਮਣਾ ਹੋ ਗਿਆ ਅਬਦਾਲੀ ਦੀਆਂ ਫੌਜਾਂ ਦਾ, ਤੇ ਬਾਬਾ ਗੁਰਬਖਸ਼ ਸਿੰਘ ਜੀ ਵੀ ਸੱਚਖੰਡ ਨੂੰ ਚਲੇ ਗਏ। ਬਾਬਾ ਦੀਪ ਸਿੰਘ ਜੀ ਤੇ ਬਾਬਾ ਗੁਰਬਖਸ਼ ਸਿੰਘ ਜੀ ਦਾ ਜੋ ਦੁਸ਼ਹਿਰਾ ਸਮਾਗਮ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ ਗਿਆ। ਔਰ ਬਾਬਾ ਦੀਪ ਸਿੰਘ ਜੀ ਦੇ ਨਾਲ ਰਹਿਣ ਵਾਲੇ ਮਹਾਂਪੁਰਸ਼ ਬਾਬਾ ਸੁਧਾ ਸਿੰਘ ਜੀ, ਉਹਨਾਂ ਨੂੰ ਤੀਸਰੇ ਤਰਨੇ ਦਲ ਦੇ ਜਥੇਦਾਰ ਬਣਾਇਆ ਗਿਆ। ਦੋਹਰਾ ਹੁਤਮ ਸਾਹਿਬ ਤਾਹੇ ਕਾ ਸੁਧਾ ਸਿੰਘ ਬੜ ਵੀਰ। ਗੁਰੂ ਖਾਲਸਾ ਜੀ ਬਾਬਾ ਦੀਪ ਸਿੰਘ ਤੇ ਬਾਬਾ ਗੁਰਬਖਸ਼ ਸਿੰਘ ਜੀ ਉਹਨਾਂ ਦੇ ਮੁਸਾਹਿਬ ਉੱਤਰਾਧਿਕਾਰੀ ਬਾਬਾ ਸੁਧਾ ਸਿੰਘ ਜੀ ਬਲਬੀਰ ਸੂਰਮੇ ਬਣੇ। ਮਾਲਕ ਥਾਪਿਓ ਮਿਸਲ ਕਾ ਜਾਨ ਸਿੰਘਨ ਬੜ ਧੀ। ਇਹਨਾਂ ਨੂੰ ਮਿਸਲ ਸ਼ਹੀਦਾਂ ਦਾ ਮਾਲਕ ਥਾਪਿਆ ਗਿਆ। ਸਿੰਘਾਂ ਨੇ ਬੜਾ ਧੀਰੇ ਧਾਰੀ ਜਾਣ ਕਰਕੇ। ਚੌਪਈ 1 ਸਾਲ ਸੁਧਾ ਸਿੰਘ ਰਹਾ। ਬਾਬਾ ਸੁਧਾ ਸਿੰਘ ਜੀ ਨੇ 1 ਸਾਲ ਜਥੇਦਾਰੀ ਕੀਤੀ ਹੈ। ਸ੍ਰੀ ਅਕਾਲ ਤਖਤ ਸਾਹਿਬ ਆਪ ਜੀ ਜਥੇਦਾਰ ਬਣੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜੋ ਬੇਅਦਬੀ ਕੀਤੀ ਸੀ, ਤਵਾਰੀ ਗੁਰੂ ਖਾਲਸਾ ਵਿੱਚ ਲਿਖਿਆ ਹੈ, ਗੁਰੂ ਖਾਲਸਾ ਜੀ ਪੌੜ ਬਣਾਉਣੇ, ਸ਼ਹਿਰ ਦੀ ਗੰਦਗੀ ਸਰੋਵਰ ਵਿੱਚੋਂ ਬਾਹਰ ਕੱਢਣੀ, ਇਹ ਸੇਵਾ ਮਿਸਲ ਸ਼ਹੀਦਾਂ ਤਰਨਾ ਦਲ ਦੇ ਤੀਸਰੇ ਜਾਨਸ਼ੀਨ ਬਾਬਾ ਸੁਧਾ ਸਿੰਘ ਜੀ ਸ਼ਹੀਦ ਨੇ ਕਰਵਾਈ ਹੈ। ਫਿਰ ਗੁਰੂ ਖਾਲਸਾ ਜੀ ਆਪ ਜੀ ਸਾਲ ਜਥੇਦਾਰ ਰਹੇ ਨੇ। ਇੱਕ ਵਿਧੀ ਚੰਦ ਹੋਇਆ ਹੈ ਜੰਡਿਆਲੇ ਦਾ, ਤੇ ਗੁਰੂ ਖਾਲਸਾ ਜੀ ਇਹਨੇ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਵਿਗਾੜੀ ਸੀ। 3 ਵਿਧੀ ਚੰਦ ਹੋਏ ਨੇ। ਇੱਕ ਬਾਬਾ ਵਿਧੀ ਚੰਦ ਜੀ, ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ, ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਬਾਬਾ ਵਿਧੀ ਚੰਦ ਤੋਰ ਮੋਰ ਮੈਂ ਭੇਦ ਨਾ ਕੋਈ, ਤੇਰੇ ਵਿੱਚ ਤੇ ਮੇਰੇ ਵਿੱਚ ਭੇਦ ਨਹੀਂ ਰਹਿ ਗਿਆ। ਗੁਰਸਿੱਖ ਨਾਮ ਰਹਿਓ ਅਬ ਦੋਈ, ਗੁਰੂ ਤੇ ਸਿੱਖ ਦਾ ਨਾਮ ਤੇ ਰਵੇਗਾ, ਪਰ ਤੂੰ ਮੇਰਾ ਸੀਨਾ ਹੈ। ਗੁਰੂ ਖਾਲਸਾ ਜੀ ਮਹਾਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਹੋਏ ਹਨ। ਇੱਕ ਵਿਧੀ ਚੰਦ ਕਵੀ ਹੋਇਆ ਹੈ ਜੋ ਗੁਰੂ ਕਲਗੀਧਰ ਜੀ ਦੇ 52 ਕਵੀਆਂ ਵਿੱਚੋਂ 52 ਕਵੀਆਂ ਵਿੱਚੋਂ ਸੀ। ਇੱਕ ਗੁਰੂ ਖਾਲਸਾ ਜੀ ਜੰਡਿਆਲੇ ਬਾਬੇ ਹੰਦਾਲ ਦੀ ਕੁਲ ਵਿੱਚੋਂ ਵਿਧੀ ਚੰਦ ਹੰਦਾਲੀਏ ਕਮਾਉਂਦੇ ਨੇ। ਉਹਨੇ ਗੁਰੂ ਖਾਲਸਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਵਿਗਾੜੀ। ਉਹ ਜਨਮ ਸਾਖੀ ਗੁਰੂ ਖਾਲਸਾ ਜੀ ਸਰਬਲੋ ਬੁੰਗਾ ਨੰਗਲੀ ਵਿਖੇ ਅੱਜ ਵੀ ਹੈ। ਤੇ ਗੁਰੂ ਨਾਨਕ ਸਾਹਿਬ ਜੀ ਦੀ ਅਸਲੀ ਜਨਮ ਸਾਖੀ ਉਹਨੇ ਬਿਆਸਾ ਦਰਿਆ ਵਿੱਚ ਰੋੜੀ, ਤੇ ਗੁਰੂ ਨਾਨਕ ਸਾਹਿਬ ਜੀ ਨੂੰ ਛੋਟਾ ਤੇ ਬਾਬੇ ਹੰਦਾਲ ਨੂੰ ਵੱਡਾ ਦਿਖਾਉਣ ਦਾ ਯਤਨ ਕੀਤਾ। ਗੁਰੂ ਕੇ ਪੰਥ ਖਾਲਸੇ ਨੂੰ ਉਹਨੇ ਰੋਕਿਆ, ਗੁਰੂ ਕੇ ਪੰਥ ਖਾਲਸੇ ਨੇ ਉਹਨੂੰ ਰੋਕਿਆ। ਉਹਨੇ ਗੁੱਸੇ ਵਿੱਚ ਆ ਕਰਕੇ ਅਬਦਾਲੀ ਨੂੰ ਸੱਦਿਆ। ਲਾਹੌਰ ਦੇ ਜਥੇਦਾਰਾਂ ਨਾਲ ਗੁਰਮਤਾ ਕਰਕੇ, ਸੂਬੇਦਾਰਾਂ ਨਾਲ ਗੁਰਮਤਾ ਕਰਕੇ ਵੱਡਾ ਘੱਲੂਘਾਰਾ ਗੁਰੂ ਖਾਲਸਾ ਜੀ ਮਾਲਵੇ ਵਿੱਚ ਕੋਪਰਹੀੜੇ ਦੇ ਮੈਦਾਨ ਵਿੱਚ ਹੋਇਆ। ਉੱਥੇ ਬਾਬਾ ਸੁਧਾ ਸਿੰਘ ਜੀ, ਜੋ ਬਾਬਾ ਦੀਪ ਸਿੰਘ ਜੀ ਨੂੰ ਕਲਗੀਧਰ ਜੀ ਨੇ ਗੁਰਤਾ ਗੱਦੀ ਵਾਲਾ ਸਰੂਪ ਦਿੱਤਾ ਸੀ, ਭਾਈ ਮਣੀ ਸਿੰਘ ਜੀ ਨੇ ਜਿਹੜਾ ਸਰੂਪ ਲਿਖਿਆ, ਉਹਦੇ ਤੋਂ ਮੁਖਵਾਕ ਬਾਬਾ ਦੀਪ ਸਿੰਘ ਜੀ ਲੈਂਦੇ ਸਨ, ਸਾਂਭ ਸੰਭਾਲ ਕਰਦੇ ਸਨ। ਉਹ ਹੀ ਸਰੂਪ ਅੱਗੇ ਬਾਬਾ ਸੁਧਾ ਸਿੰਘ ਜੀ ਦੇ ਕੋਲ ਜਦੋਂ ਅਖੰਡ ਪਾਠ ਕਰਨਾ ਹੁੰਦਾ, ਮਹਾਰਾਜ ਦੇ ਦਰਸ਼ਨ ਕਰਾਉਣੇ ਹੁੰਦੇ, ਮੁਖਵਾਕ ਲੈਣਾ ਹੁੰਦਾ, ਤੇ ਬਾਬਾ ਸੁਧਾ ਸਿੰਘ ਜੀ ਉਹ ਸਰੂਪ ਦਾ ਪ੍ਰਕਾਸ਼ ਕਰਿਆ ਕਰਦੇ ਸਨ। ਗੁਰੂ ਖਾਲਸਾ ਜੀ ਬਾਬਾ ਜੀ ਉਹ ਸਰੂਪ ਲੈ ਕੇ ਕੁਠਾਲੇ ਨਗਰ ਪਹੁੰਚੇ। ਅੱਜ ਵੀ ਉੱਥੇ ਬਾਬਾ ਸੁਧਾ ਸਿੰਘ ਜੀ ਦਾ ਅਸਥਾਨ ਹੈ। 19 ਸ਼ਹੀਦ ਸਿੰਘਾਂ ਦੇ ਸੰਸਕਾਰ ਬਾਬਾ ਜੀ ਨੇ ਉੱਥੇ ਕੀਤੇ।
ਸਰੂਪ ਉੱਥੇ ਗੁਰੂ ਖਾਲਸਾ ਜੀ ਸੁਸ਼ੋਭਿਤ ਕੀਤਾ। ਅੱਜ ਵੀ ਦਸਵੀਂ ਦੇ ਦਰਸ਼ਨ ਕਰਾਉਂਦੇ ਨੇ। ਅੱਗੇ ਬਾਬਾ ਜੀ ਫਿਰ ਦਕੋਏ ਨਗਰ ਵਾਲੇ ਆ ਗਏ। ਜਲੰਧਰ ਦੇ ਕੋਲ ਆਪ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ। ਆਪ ਜੀ ਦੀ ਯਾਦ ਦੇ ਵਿੱਚ ਦਕੋਏ ਪਿੰਡ ਵਿੱਚ ਗੁਰਦੁਆਰਾ ਬਣਿਆ ਹੈ, ਸਕੂਲ ਬਣਿਆ ਹੈ। ਗੁਰੂ ਖਾਲਸਾ ਜੀ ਐਸੇ ਮਹਾਂਪੁਰਖ ਆਪ ਜੀ ਤਰਨੇ ਦਲ ਦੇ ਜਥੇਦਾਰ ਹੋਏ ਨੇ। ਮਾਲਕ ਮਿਸਲ ਸ਼ਹੀਦਨ ਆਹਾ, ਮਿਸਲ ਸ਼ਹੀਦਾਂ ਦੇ ਆਪ ਜੀ ਤੀਜੇ ਮਾਲਕ ਹੋਏ ਨੇ। ਜਵੈ ਸਰਹੰਦ ਪੰਥ ਨੇ ਮਾਰੀ, ਜਦੋਂ ਗੁਰੂ ਖਾਲਸਾ ਜੀ ਸਰਹੰਦ ਮਾਰੀ ਹੈ ਨਾ ਪੰਥ ਨੇ, ਜੈਨ ਖਾਨ ਨੂੰ ਸੋਧਿਆ ਹੈ। ਪਹਿਲਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰਾ ਮਾਰਿਆ, ਫਿਰ ਜੈਨ ਖਾਨ ਦੇ ਤਾਈਂ ਸੋਧਾ ਲਾਇਆ ਹੈ। 1820 ਮਝਾਰੀ, 1820 ਬਿਕਰਮੀ ਦੇ ਵਿੱਚ ਸਭ ਸਿੰਘੋ ਨੇ ਮੁਲਕ ਦਬਾਇਓ, ਸਾਰਿਆਂ ਗੁਰੂ ਕਿਆਂ ਸਿੰਘਾਂ ਨੇ ਮੁਲਕ ਦੱਬਣਾ ਕੀਤੇ ਉਸ ਵਕਤ। ਇਸ ਮਿਸਲ ਨੇ ਭੀ ਬਹੁ ਪਾਇਓ, ਇਹ ਮਿਸਲ ਸ਼ਹੀਦਾਂ ਨੇ ਵੀ ਬਹੁਤਾ ਮੁਲਕ ਆਪਣੇ ਕਬਜ਼ੇ ਵਿੱਚ ਲਿਆ, ਬਹੁਤੇ ਇਲਾਕੇ ਉੱਪਰ ਮੱਲ ਮਾਰੀ। ਗੁਰਬਖਸ਼ ਸਿੰਘ ਕਾਹੂ ਤੋਂ ਭਤੀਜਾ, ਬਾਬਾ ਗੁਰਬਖਸ਼ ਸਿੰਘ ਜੀ ਜਿਹੜੇ ਆਨੰਦਪੁਰ ਰਹਿੰਦੇ ਸਨ, ਉਹਨਾਂ ਦੇ ਭਤੀਜੇ ਸਨ ਰਿਸ਼ਤੇਦਾਰੀ ਵਿੱਚੋਂ। ਸੂਬਾ ਸਿੰਘ ਰੁਸਤਮ ਜਨ ਬੀਜਾ, ਜਾਨੋ ਰੁਸਤਮ ਪਹਿਲਵਾਨ ਦੀ ਨਿਆਈ, ਵੱਡੇ ਸਰੀਰ ਦੇ ਮਾਲਕ ਵਾਢਿਆਕਾਰੀ ਜਥੇਦਾਰ ਬਾਬਾ ਸੂਬਾ ਸਿੰਘ ਜੀ ਹੋਏ ਹਨ। ਆਨੰਦਪੁਰ ਕੇ ਨਿਕਟ ਇਲਾਕਾ, ਗੁਰੂ ਖਾਲਸਾ ਜੀ ਆਨੰਦਪੁਰ ਸਾਹਿਬ ਦੇ ਨੇੜੇ ਦਾ ਜਿੰਨਾ ਇਲਾਕਾ ਸੀ, ਐਨਪੀ ਆਦਿਕ ਦਬਾਇਓ ਬਾਂਕਾ, ਉਥੋਂ ਤੁਰਕਾਂ ਦਾ ਪਹਿਰਾ ਹਟਾ ਦਿੱਤਾ, ਮਾਮਲਾ ਕਰਾਉਣਾ ਸ਼ੁਰੂ ਕਰ ਦਿੱਤਾ ਤੇ ਮਿਸਲ ਸ਼ਹੀਦਾਂ ਦੇ ਪ੍ਰਬੰਧ ਵਿੱਚ ਉਹ ਇਲਾਕਾ ਦੱਬ ਲਿਆ। ਆਨੰਦਪੁਰ ਮੈਂ ਵਾਸਾ ਲਿਆ, ਆਨੰਦਪੁਰ ਸਾਹਿਬ ਦੇ ਵਿੱਚ ਵਾਸਾ ਲੈ ਲਿਆ ਬਾਬਾ ਗੁਰਬਖਸ਼ ਸਿੰਘ ਜੀ ਦੀ ਥਾਂ ਉੱਪਰ। ਗੜ ਆਨੰਦ ਨਿਜ ਕਬਜੇ ਕੀਆ, ਆਨੰਦਗੜ੍ਹ ਸਾਹਿਬ, ਸ੍ਰੀ ਆਨੰਦਪੁਰ, ਸ਼ਹੀਦੀ ਬਾਗ, ਜਿੰਨਾ ਵੀ ਇਹ ਸ਼ਹੀਦਾਂ ਦਾ ਇਲਾਕਾ ਸੀ, ਉਹਦੀ ਜ਼ਿੰਮੇਵਾਰੀ ਬਾਬਾ ਸੂਬਾ ਸਿੰਘ ਜੀ ਨੇ ਲੈ ਲਈ। ਹਰ ਪ੍ਰੇਮ ਸਿੰਘ ਸੰਧੂ ਜੋਈ, ਬਾਬਾ ਪ੍ਰੇਮ ਸਿੰਘ ਜੀ ਸੰਧੂ ਹੋਏ ਹਨ। ਰਹਿਓ ਪ੍ਰਕਾਲੀ ਮੈਂ ਪੁਨ ਸੋਈ, ਇਹ ਪ੍ਰਕਾਲੀ ਪਿੰਡ ਦੇ ਵਿੱਚ ਗੁਰੂ ਖਾਲਸਾ ਜੀ ਰਹੇ ਨੇ। ਇੰਬਲੀ ਨੱਥਾ ਸਿੰਘ ਸੰਭਾਲੀ, ਇੰਬਲੀ ਪਿੰਡ ਬਾਬਾ ਨੱਥਾ ਸਿੰਘ ਜੀ ਨੇ ਸੰਭਾਲਣਾ ਕੀਤਾ। ਔਰ ਗ੍ਰਾਮ ਤਹਿ ਸੰਗ ਵਿਸਾਲੀ, ਹੋਰ ਵੱਡੇ ਪਿੰਡਾਂ ਦੇ ਉੱਪਰ ਮਿਸਲ ਸ਼ਹੀਦਾਂ ਦਾ ਪਹਿਰਾ ਰਿਹਾ। ਸੁਦਾ ਸਿੰਘ ਸੁਦਾਜਪੁਰ ਮਾਹੀ, ਗੁਰੂ ਖਾਲਸਾ ਜੀ ਬਾਬਾ ਸੁਦਾ ਸਿੰਘ ਜੀ, ਉਹਨਾਂ ਨੇ ਸਾਲਕ ਜਥੇਦਾਰੀ ਕੀਤੀ। ਸਜਾਦਪੁਰ ਦਾ ਇਲਾਕਾ ਇਹਨਾਂ ਨੇ ਵੀ ਘੇਰ ਕੇ ਰੱਖਿਆ। ਉੱਥੋਂ ਦੀ ਗੁਰੂ ਖਾਲਸਾ ਜੀ ਜਿੰਨਾ ਪ੍ਰਬੰਧ ਸੀ, ਉਹ ਮਿਸਲ ਸ਼ਹੀਦਾਂ ਤਰਨਾ ਦਲ ਦੇ ਅਧੀਨ, ਤੇ ਉੱਥੋਂ ਦਾ ਪ੍ਰਬੰਧ ਬਾਬਾ ਸੁਦਾ ਸਿੰਘ ਜੀ ਸੰਭਾਲਦੇ ਰਹੇ। ਰਹਿਓ ਮੁਲਕ ਮੱਲਿਓ ਬਹੁ ਆਹੀ, ਬਾਬਾ ਸੁਦਾ ਸਿੰਘ ਜੀ ਨੇ ਵੀ ਸੂਬਾ ਸਿੰਘ ਵਾਂਗ ਮੁਲਕ ਮੱਲ ਕੇ ਰੱਖਿਆ। ਮਿਸਲ ਸ਼ਹੀਦਾਂ ਤਰਨਾ ਦਲ ਦੇ ਗੁਰਧਾਮਾਂ ਦਾ, ਗੁਰੂ ਕੀ ਕਾਂਸ਼ੀ ਸ੍ਰੀ ਦਮਦਮਾ ਸਾਹਿਬ ਦਾ ਪ੍ਰਬੰਧ, ਇਹ ਜਿੰਨਾ ਵੀ ਮਾਮਲਾ ਆਉਂਦਾ ਉਸ ਤੋਂ ਚਲਾਉਂਦੇ ਰਹੇ। ਹੁਣ ਜਦ ਵਹ ਪੰਜਾਬ ਮੈਂ ਆਇਓ, ਗੁਰੂ ਖਾਲਸਾ ਜੀ ਜਦੋਂ ਪੰਜਾਬ ਦੇ ਵਿੱਚ ਆਪ ਜੀ ਚੱਲ ਕੇ ਆਏ, ਨਿਕਟ ਜਲੰਧਰ ਜੰਗ ਮਚਾਇਓ, ਜਲੰਧਰ ਦੇ ਨੇੜੇ ਆਪ ਜੀ ਨੇ ਜੰਗ ਮਚਾਇਆ। ਕੁਠਾਲੇ ਤੋਂ ਕਰਕੇ ਆਪ ਜੀ ਦਮਦਮੇ ਚਲੇ ਗਏ। ਦਮਦਮੇ ਗੁਰੂ ਖਾਲਸਾ ਜੀ ਉੱਥੇ ਸਹਜਾਦਪੁਰ ਦਾ ਇਲਾਕਾ ਮੱਲਿਆ। ਫਿਰ ਇੱਧਰ ਗੁਰੂ ਖਾਲਸਾ ਜੀ ਸੁਣਿਆ ਵੀ ਦਕੋਏ ਵੱਲ ਬੁੱਚੜ ਗਊਆਂ ਨੂੰ ਕੋਂਦੇ ਨੇ, ਤੇ ਉਹਨਾਂ ਨੂੰ ਠੱਲ ਪਾਉਣ ਲਈ ਜਦੋਂ ਆਪ ਜੀ ਇੱਧਰ ਮਾਝੇ ਵਿੱਚ ਆਏ, ਤੇ ਜਲੰਧਰ ਦੇ ਨੇੜੇ ਆਪ ਜੀ ਜੰਗ ਮਚਾਉਂਦੇ ਸ਼ਹੀਦ ਹੋ ਗਏ। ਪਾਈ ਤੈ ਠਾਉਣ ਸ਼ਹੀਦੀ, ਉਹਨਾਂ ਨੇ ਉੱਥੇ ਸ਼ਹੀਦੀ ਪਾਈ ਜਲੰਧਰ ਦੇ ਨੇੜੇ। ਜਨਮ ਮਰਨ ਤੈ ਲਈ ਰਸੀਦੀ, ਜਨਮ ਮਰਨ ਤੋਂ ਗੁਰੂ ਖਾਲਸਾ ਜੀ ਉਹਨਾਂ ਨੇ ਮੁਕਤੀ ਪ੍ਰਾਪਤ ਕਰ ਲਈ। ਰਿਸ਼ਤੇਦਾਰ ਫਿਰ ਫੀਕੀ ਤਾਕੋ, ਗੁਰੂ ਖਾਲਸਾ ਜੀ ਰਿਸ਼ਤੇਦਾਰੀ ਵਿੱਚੋਂ ਇੱਕ ਮਹਾਂਪੁਰਸ਼ ਸਨ। ਰਫੀਕੀ ਮੈਨੇ ਆਗਿਆ ਵਿੱਚ ਰਹਿਣ ਵਾਲੇ, ਸੋਬਤ ਵਿੱਚ ਰਹਿਣ ਵਾਲੇ ਮਿੱਤਰ, ਤੇ ਉਹ ਗੁਰੂ ਖਾਲਸਾ ਜੀ ਰਿਸ਼ਤੇਦਾਰੀ ਵਿੱਚੋਂ ਸਨ, ਜਿਨ੍ਹਾਂ ਦਾ ਨਾਮ ਸੀ ਬਾਬਾ ਕਰਮ ਸਿੰਘ। ਉਤੋਂ ਕਰਮ ਸਿੰਘ ਜੋਧਾ ਬਾਂਕੋ, ਬਾਬਾ ਕਰਮ ਸਿੰਘ ਜੀ ਬੜੇ ਯੋਧੇ ਬਹਾਦਰ ਸਨ। ਗਾਮ ਮਰਾਕੇ ਬਸਨੇ ਬਾਰੋ, ਲਾਹੌਰ ਦੇ ਵਿੱਚ ਮਰਾਕਾ ਪਿੰਡ ਹੈ, ਉੱਥੋਂ ਦੇ ਆਪ ਜੀ ਰਹਿਣ ਵਾਲੇ ਸੀ, ਮਰਾਨਾ ਪਿੰਡ। ਤੇ ਆਪ ਜੀ ਬਾਬਾ ਜੀ ਦੀ ਰਿਸ਼ਤੇਦਾਰ ਸਨ। ਆਪ ਜੀ ਦੇ ਪਿਤਾ ਦਾ ਨਾਮ ਬਾਬਾ ਵੀਰ ਸਿੰਘ ਜੀ,
ਤੇ ਪਰਿਵਾਰਕ ਤੌਰ ਦੇ ਉੱਪਰ ਆਪ ਜੀ ਚੌਧਰੀ ਸਨ। ਗੁਰੂ ਖਾਲਸਾ ਜੀ ਜਦੋਂ ਬਾਬਾ ਦੀਪ ਸਿੰਘ ਜੀ ਸ਼ਹਾਦਤ ਪ੍ਰਾਪਤ ਕਰ ਗਏ ਤੇ ਬਾਬਾ ਕਰਮ ਸਿੰਘ ਜੀ ਉਹਨਾਂ ਨੇ ਥੋੜੀ ਜਿਹੀ ਜਬਰੀ ਵੀ ਕੀਤੀ ਵੀ ਮੈਂ ਬਾਬਾ ਸੁਦਾ ਸਿੰਘ ਜੀ ਦਾ ਰਿਸ਼ਤੇਦਾਰ ਹੈ। ਜਦੋਂ ਬਾਬਾ ਦੀਪ ਸਿੰਘ ਜੀ ਨੂੰ ਮਿਸਲ ਸ਼ਹੀਦਾਂ ਤਰਨੇ ਦਾਲ ਦੇ ਨਿਸ਼ਾਨ ਮਿਲੇ ਸੀ, ਪ੍ਰਥਮ ਨਿਸ਼ਾਨ ਨਿਹੰਗਨ ਫੜਾਇਓ ਦੀਪ ਸਿੰਘ ਸਿੰਘ ਕਰਮ ਸੋ ਗਾਇਓ, ਮੈਂ ਬਾਬਾ ਦੀਪ ਸਿੰਘ ਦੇ ਨਾਲ ਨਿਸ਼ਾਨ ਲਿਆ ਹੈ, ਮੈਨੂੰ ਜਥੇਦਾਰੀ ਮਿਲਣੀ ਚਾਹੀਦੀ ਹੈ। ਥੋੜੇ ਜਿਹੇ ਕਰੜੇ ਸੁਭਾਅ ਦੇ ਵੀ ਸੀ, ਉਦਾਂ ਹਠੀ ਤਪੀ ਜਪੀ ਗੁਰਬਾਣੀ ਦੇ ਨੇਮੀ ਪ੍ਰੇਮੀ ਸਨ। ਜ਼ਿਲ੍ਹੇ ਲਾਹੌਰੈ ਬਿਦਤੋ ਦਾਰੋ, ਲਾਹੌਰ ਦੇ ਕੋਲ ਇਹਨਾਂ ਦਾ ਪਿੰਡ ਪ੍ਰਗਟ ਹੀ ਹੈ। ਸੁਦਾ ਸਿੰਘ ਕਾ ਭਾਈਚਾਰਾ, ਦੂਰੋਂ ਨੇੜਿਓਂ ਬਾਬਾ ਸੁਦਾ ਸਿੰਘ ਜੀ ਵੀ ਸੰਧੂ ਸੀ, ਇਹ ਵੀ ਸੰਧੂ ਸਨ, ਆਪਸ ਵਿੱਚ ਭਾਈਚਾਰਾ ਸੀ। ਸੋ ਪੀ ਸੰਧੂ ਹੁਤੋ ਦਾਰਾ, ਗੁਰੂ ਖਾਲਸਾ ਜੀ ਉਹ ਵੀ ਸੰਧੂ ਸਨ। ਜਿਸ ਕੋ ਲਾਇਕ ਪੰਥ ਚੀਨਾ, ਗੁਰੂ ਕੇ ਪੰਥ ਖਾਲਸੇ ਨੇ ਲਾਇਕ ਜਾਣਿਆ। ਕੁਝ ਇੱਛਾ ਬਾਬਾ ਕਰਮ ਸਿੰਘ ਜੀ ਨੇ ਆਪਣੀ ਵੀ ਦਿਖਾਈ, ਉਹ ਇੱਛਾ ਨੂੰ ਭਾਗ ਸ਼ਹੀਦਾਂ ਨੇ ਲਾਇਆ। ਸੁਦਾ ਸਿੰਘ ਕੀ ਠੌਰ ਹੈ ਕੀਨਾ, ਬਾਬਾ ਸੁਦਾ ਸਿੰਘ ਜੀ ਦੀ ਥਾਂ ਉੱਪਰ ਬਾਬਾ ਕਰਮ ਸਿੰਘ ਜੀ ਨੂੰ ਜਥੇਦਾਰ ਬਣਾਇਆ। ਜਿਸ ਨੇ ਆਪਣਾ ਮੁਲਕ ਸੰਭਾਰਾ, ਗੁਰੂ ਖਾਲਸਾ ਜੀ ਆਪ ਜੀ ਨੇ ਆਪਣਾ ਮੁਲਕ ਸੰਭਾਲਿਆ। ਸਜਾਦਪੁਰ ਜਿੰਨਾ ਇਲਾਕਾ ਸੀ ਮਿਸਲ ਦਾ, ਉਸ ਦੇ ਉੱਪਰ ਆਪਣਾ ਪ੍ਰਬੰਧ ਜਮਾਉਣਾ ਕੀਤਾ। ਰਹਿਣਾ ਸਦ ਸਜਾਦਪੁਰ ਧਾਰਾ, ਸਜਾਦਪੁਰ ਦੇ ਵਿੱਚ ਆਪ ਜੀ ਰਹਿਣ ਲੱਗ ਪਏ। ਗੁਰੂ ਖਾਲਸਾ ਜੀ ਇਹ ਦੋ ਭਰਾ ਹੋਏ ਨੇ, ਬਾਬਾ ਕਰਮ ਸਿੰਘ ਜੀ ਤੇ ਬਾਬਾ ਧਰਨ ਸਿੰਘ ਜੀ। ਗੁਰੂ ਖਾਲਸਾ ਜੀ ਬਾਬਾ ਕਰਮ ਸਿੰਘ ਜੀ ਸਹਜਾਦਪੁਰਾ ਮਾਜਰੀ ਕੇਸਰੀ ਆਦਿਕ 1 ਲੱਖ ਰੁਪਇਆ ਗੁਰੂ ਖਾਲਸਾ ਜੀ ਮਾਮਲਾ ਗੁਰਾਇਆ ਕਰਦੇ ਸਨ। ਏਡਾ ਵੱਡਾ ਇਲਾਕਾ ਸੀ ਆਪ ਜੀ ਦੇ ਅਧੀਨ। ਕੇਸਰੀ ਵਿੱਚ ਬਾਬਾ ਕਰਮ ਸਿੰਘ ਜੀ ਆਪ ਰਹਿੰਦੇ। ਸਹਜਾਦਪੁਰ ਬਾਬਾ ਜੀ ਦਾ ਭਰਾ ਧਰਮ ਸਿੰਘ ਰਿਹਾ ਕਰਦਾ ਸੀ। ਬਾਬਾ ਧਰਮ ਸਿੰਘ ਚੜ੍ਹਾਈ ਕਰ ਗਿਆ। ਆਪ ਜੀ ਨੇ ਆਪਣੇ ਭਰਾ ਦੀ ਪਤਨੀ ਮਾਈ ਦੇਸਾਂ ਨੂੰ ਗੁਜ਼ਾਰੇ ਲਈ ਵੱਡਾ ਪਿੰਡ ਦੇ ਦਿੱਤਾ ਕੇਸਰੀ, ਤੇ ਆਪ ਸਹਜਾਦਪੁਰੇ ਰਹਿਣ ਲੱਗ ਪਏ। ਗੁਰੂ ਖਾਲਸਾ ਜੀ ਮਿਸਰ ਸ਼ਹੀਦਾਂ ਤਰਨਾ ਦਲ ਦਾ ਹੈੱਡਕੁਆਟਰ ਸ੍ਰੀ ਦਮਦਮਾ ਸਾਹਿਬ ਰੱਖਿਆ। ਆਪ ਜੀ ਦੇ ਸਮੇਂ 404 ਸਿੰਘ, 2 ਤੋਪਾਂ, 10 ਜੰਬੂਰੇ ਸਦਾ ਤਿਆਰ ਬਰ ਤਿਆਰ ਦਮਦਮੇ ਸਾਹਿਬ ਦੇ ਆਲੇ ਦੁਆਲੇ ਗੁਰੂ ਖਾਲਸਾ ਜੀ ਖੜੇ ਰਹਿੰਦੇ ਸਨ। ਆਪ ਜੀ ਨੇ ਬਾਬਾ ਰਾਣ ਸਿੰਘ ਜੀ ਉਹਨਾਂ ਨੂੰ ਮਿਸਰ ਸ਼ਹੀਦਾਂ ਤਰਨਾ ਦਲ ਦੇ ਗੁਰੂ ਖਾਲਸਾ ਜੀ ਮੀਤ ਜਥੇਦਾਰ ਬਣਾਇਆ ਸੀ। ਡਾਕਟਰ ਰਜਿੰਦਰ ਕੌਰ ਆਪ ਜੀ ਧਰਮ ਅਧਿਐਨ ਵਿਭਾਗ ਸ੍ਰੀ ਗੁਰੂ ਨਾਨਕ ਕਾਲਜ ਬੁਢਲਾਡਾ ਤੋਂ ਹੋਏ ਹਨ। ਆਪ ਜੀ ਨੇ ਇੱਕ ਪੁਸਤਕ ਲਿਖੀ ਹੈ ਸ੍ਰੀ ਦਮਦਮਾ ਸਾਹਿਬ ਦਾ ਇਤਿਹਾਸ। ਲਿਖਿਆ ਹੈ ਬਾਬਾ ਕਰਮ ਸਿੰਘ ਜੀ ਦੀ ਔਲਾਦ ਜੋ ਆਪਣੇ ਆਪ ਨੂੰ ਸਹਜਾਦਪੁਰੀਏ ਖਵਾਉਂਦੀ ਸੀ। ਇਹਨਾਂ ਨੇ ਸ੍ਰੀ ਦਮਦਮੇ ਸਾਹਿਬ ਨੂੰ ਆਪਣੀ ਨਿੱਜੀ ਜਾਗੀਰ ਸਮਝਣੀ ਸ਼ੁਰੂ ਕੀਤੀ। ਉਸ ਵਕਤ ਸ੍ਰੀ ਦਮਦਮਾ ਸਾਹਿਬ ਦੇ ਵਸਨੀਕ ਕੁਝ ਸੰਤਾਂ ਮਹੰਤਾਂ ਨੇ ਸਹਜਾਦਪੁਰੀਆਂ ਤੋਂ ਤੰਗ ਆ ਕੇ ਨਾਭੇ ਦੇ ਰਾਜੇ ਹੀਰਾ ਸਿੰਘ ਨੂੰ ਖਤ ਲਿਖਿਆ। ਉਹ ਖਤ ਗੁਰੂ ਖਾਲਸਾ ਜੀ ਡਾਕਟਰ ਰਜਿੰਦਰ ਕੌਰ ਨੇ ਵੇਖਿਆ ਤੇ ਇਨ ਬਿਨ ਉਹਨਾਂ ਨੇ ਆਪਣੀ ਕਿਤਾਬ ਵਿੱਚ ਛਾਪਿਆ ਹੈ। ਗੁਰੂ ਖਾਲਸਾ ਜੀ ਉਹਦੇ ਵਿੱਚ ਲਿਖਿਆ ਵੀ ਬਾਬਾ ਕਰਮ ਸਿੰਘ ਜੀ ਨੇ ਮਾਈ ਦੇਸਾਂ ਨਾਲ ਆਨੰਦ ਕਰਾ ਲਿਆ ਹੈ। ਦਮਦਮੇ ਸਾਹਿਬ ਦਾ ਜਿਹੜਾ ਜਥੇਦਾਰ ਹੁੰਦਾ ਹੈ ਉਹ ਬਿਹੰਗਮ ਪਾਤਸ਼ਾਹ ਹੁੰਦਾ ਹੈ, ਕਿਉਂਕਿ ਬਾਬਾ ਦੀਪ ਸਿੰਘ ਜੀ ਬਿਹੰਗਮ ਸਨ। ਗੁਰੂ ਖਾਲਸਾ ਜੀ ਜਦੋਂ ਗੁਰੂ ਕੇ ਪੰਥ ਖਾਲਸੇ ਨੇ ਬਾਬਾ ਕਰਮ ਸਿੰਘ ਜੀ ਨੂੰ ਇਕੱਠਿਆਂ ਹੋ ਕੇ ਕਿਹਾ, ਨਾਭੇ ਦੇ ਰਾਜੇ ਨੂੰ ਪੱਤਰ ਵੀ ਲਿਖੇ। ਉਹਨਾਂ ਪੱਤਰਾਂ ਵਿੱਚੋਂ ਇਹ ਗੱਲ ਗੁਰੂ ਖਾਲਸਾ ਜੀ ਸਾਫ਼ ਦਿਖਾਈ ਦਿੰਦੀ ਹੈ। ਤੇ ਉਹਨਾਂ ਪੱਤਰਾਂ ਵਿੱਚ ਐਸਾ ਵੀ ਲਿਖਿਆ ਹੈ ਕਿ ਬਾਬਾ ਕਰਮ ਸਿੰਘ ਜੀ ਨੇ ਆਪਣੇ ਜੀਂਦੇ ਜੀ ਬਾਬਾ ਨੱਥਾ ਸਿੰਘ ਜੀ ਨੂੰ ਜਥੇਦਾਰ ਬਣਾ ਦਿੱਤਾ। ਜਿਵੇਂ ਗੁਰੂ ਖਾਲਸਾ ਜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ
ਮਹਾਂਪੁਰਸ਼ ਉਹਨਾਂ ਨੇ ਆਪਣੇ ਜੀਂਦੇ ਜੀ ਗੁਰੂ ਖਾਲਸਾ ਜੀ ਬਾਬਾ ਸਾਹਿਬ ਸਿੰਘ ਜੀ ਕਲਾਧਾਰੀ ਉਹਨਾਂ ਨੂੰ ਗੁਰੂ ਕੇ ਪੰਥ ਖਾਲਸੇ ਦੇ ਜਥੇਦਾਰ ਬਣਾ ਦਿੱਤਾ ਸੀ। ਔਰ ਇਸੇ ਤਰ੍ਹਾਂ ਬਾਬਾ ਕਰਮ ਸਿੰਘ ਜੀ ਨੇ ਜਦੋਂ ਗੁਰੂ ਕੇ ਪੰਥ ਖਾਲਸੇ ਨੇ ਤੰਗੀ ਗੁਰੂ ਖਾਲਸਾ ਜੀ ਚੱਲੀ, ਇੱਕ ਤੇ ਉਹਨਾਂ ਨੇ ਬਲੇਮ ਲਾਇਆ ਕਿ ਬਾਬਾ ਕਰਮ ਸਿੰਘ ਜੀ ਇਹ ਬਿਹੰਗਮਾਂ ਦੀ ਗੱਦੀ ਹੈ, ਤੁਸੀਂ ਆਨੰਦ ਪੜਾ ਲਿਆ ਹੈ। ਦੂਜੇ ਤੁਹਾਡੇ ਪੁੱਤ ਪੋਤਰੇ ਬਿਹੰਗਮਾਂ ਨੂੰ ਤੰਗ ਕਰਦੇ ਨੇ। ਤੇ ਬਾਬਾ ਜੀ ਸਦਾ ਲਈ ਸਹਿਜਾਦਪੁਰ ਵਿੱਚ ਜਾ ਵਸੇ ਤੇ ਬਾਬਾ ਨੱਥਾ ਸਿੰਘ ਜੀ ਨੂੰ ਦਮਦਮੇ ਸਾਹਿਬ ਮਿਸਲ ਸ਼ਹੀਦਾਂ ਤਰਨਾ ਦਲ ਦੇ ਜਥੇਦਾਰ ਥਾਪ ਦਿੱਤਾ। ਉਤੋਂ ਦਮਦਮੇ ਘੇਰ ਇਲਾਕਾ, ਗੁਰੂ ਖਾਲਸਾ ਜੀ ਦਮਦਮੇ ਸਾਹਿਬ ਦਾ ਜਿੰਨਾ ਇਲਾਕਾ ਸੀ 4000 ਘੇਰ ਸੋ ਬਾਂਕਾ, 4000 ਗੁਰੂ ਖਾਲਸਾ ਜੀ 4000 ਕੋਹਾਂ ਤੱਕ ਇਹ ਇਲਾਕਾ ਫੈਲਿਆ ਹੋਇਆ ਸੀ। ਗੁਰਦੁਆਰੇ ਕੀ ਹੇਤ ਆਬਾਦੀ, ਗੁਰਦੁਆਰਾ ਦਮਦਮੇ ਸਾਹਿਬ ਦੀ ਤਰੱਕੀ ਵਾਸਤੇ ਇਹਨਾਂ ਇਲਾਕਾ ਆਪ ਜੀ ਨੇ ਆਬਾਦ ਕੀਤਾ। ਦਇਓ ਪੰਥ ਨੇ ਜੁਤ ਅਹਲਾਦੀ, ਹਾਂ ਗੁਰੂ ਕੇ ਪੰਥ ਖਾਲਸੇ ਨੂੰ ਇਲਾਕਾ ਬਾਬਾ ਜੀ ਨੇ ਬਣਾ ਕੇ ਦਿੱਤਾ। ਇੰਨੀ ਜ਼ਮੀਨ ਜਾਇਦਾਦ ਬਾਬਾ ਕਰਮ ਸਿੰਘ ਜੀ ਨੇ ਬਣਾਈ। ਦੀਪ ਸਿੰਘ ਕੋ ਥਾ ਸੋਦਾਇਓ, ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਅਸਥਾਨ ਦੇ ਨਾਂ ਇਹ ਸਾਰਾ ਇਲਾਕਾ ਬਾਬਾ ਕਰਮ ਸਿੰਘ ਜੀ ਨੇ ਲਾ ਦਿੱਤਾ। ਸੋ ਪੀ ਕਬਜੇ ਇਸਕੇ ਆਇਓ, ਗੁਰੂ ਖਾਲਸਾ ਜੀ ਇਹ ਵੀ ਇਲਾਕਾ ਬਾਬਾ ਕਰਮ ਸਿੰਘ ਜੀ ਦੇ ਕਬਜੇ ਆ ਗਿਆ। ਗਾਦੀ ਮਿਸਲ ਸ਼ਹੀਦਨ ਕੇਰੀ, ਮਿਸਲ ਸ਼ਹੀਦਾਂ ਤਰਨਾ ਦਲ ਦੀ ਗੱਦੀ ਦਮਦਮਾ ਸਾਹਿਬ ਰਹੀ ਹੈ। ਆਹੇ ਦਮਦਮਾ ਲਿਖੋ ਬਦੇਰੀ, ਦਮਦਮਾ ਸਾਹਿਬ ਦੇ ਵਿੱਚ ਜਾਣਨਾ ਕਰੋ। ਲੰਗਰ ਇਨਕਾ ਤਹਾਂ ਚੱਲੇ ਹੈ, ਗੁਰੂ ਖਾਲਸਾ ਜੀ ਲੰਗਰ ਇਹਨਾਂ ਦਾ ਚੱਲਦਾ ਰਿਹਾ। ਆਬ ਲਓ ਸੋ ਕਬਜੇ ਇਨ ਮੈਂ ਹੈ, ਇਹਨਾਂ ਦੇ ਕਬਜੇ ਵਿੱਚ ਹੈ। ਜਬੈ ਕਰਮ ਸਿੰਘ ਸਵਰਗ ਸੁਧਾਰਾ, ਤਾਂ ਕਾ ਸੁਤ ਗੁਲਾਬ ਸਿੰਘ ਪਾਰਾ। ਗੁਰੂ ਖਾਲਸਾ ਜੀ ਪਹਿਲਾਂ ਵੀ ਦੱਸਿਆ ਹੈ ਬਾਬਾ ਜੀ ਸਹਿਜਾਦਪੁਰ ਵਿੱਚ ਰਹੇ, ਉੱਥੇ ਹੀ ਆਪ ਜੀ ਨੇ ਅੰਤਮ ਸਾਹ ਲਏ, ਸੱਚਖੰਡ ਗਏ। ਆਪ ਜੀ ਦਾ ਪੁੱਤਰ ਗੁਲਾਬ ਸਿੰਘ ਸਹਿਜਾਦਪੁਰ ਦੇ ਇਲਾਕੇ ਦੇ ਕਾਬਜ ਰਿਹਾ। ਦਮਦਮੇ ਦੇ ਨੇੜੇ ਤੇੜੇ 4000 ਕੋਹ ਦੇ ਕਰੀਬ ਇਲਾਕਾ ਆਪ ਜੀ ਨੇ ਗੁਰੂ ਖਾਲਸਾ ਜੀ ਦਮਦਮਾ ਸਾਹਿਬ ਦੇ ਨਾਮ ਉੱਪਰ ਲਗਾਇਆ, ਬਾਬਾ ਦੀਪ ਸਿੰਘ ਜੀ ਦੇ। ਜਿਹੜਾ ਗੁਰੂ ਖਾਲਸਾ ਜੀ ਇਲਾਕਾ ਬਾਬਾ ਕਰਮ ਸਿੰਘ ਦੇ ਨਾਮ ਸੀ, ਉਹਦੇ ਉੱਪਰ ਕਾਬਜ ਅੱਗੇ ਬਾਬਾ ਗੁਲਾਬ ਸਿੰਘ ਹੋਏ, ਅੱਗੇ ਗੁਲਾਬ ਸਿੰਘ ਦੇ ਪੁੱਤਰ ਕਿਰਪਾਲ ਸਿੰਘ ਹੋਏ, ਅੱਗੇ ਜੀਵਨ ਸਿੰਘ ਹੋਏ। ਇਸ ਤਰੀਕੇ ਦੇ ਨਾਲ ਗੁਰੂ ਖਾਲਸਾ ਜੀ ਅੱਗੇ ਪਟਿਆਲੀਆਂ ਦੇ ਘਰ ਜੀਵਨ ਸਿੰਘ ਦਾ ਆਨੰਦ ਹੋਇਆ। ਅੱਗੇ ਗੁਰੂ ਖਾਲਸਾ ਜੀ ਇਹ ਘਰ ਦਾ ਸਿਲਸਿਲਾ ਬਾਬਾ ਕਰਮ ਸਿੰਘ ਜੀ ਦਾ ਚੱਲਦਾ ਰਿਹਾ। ਬਾਬਾ ਨੱਥਾ ਸਿੰਘ ਜੀ ਕੁਝ ਸਮਾਂ ਦਮਦਮੇ ਰਹੇ। ਸਿਆਲਕੋਟ ਗੁਰੂ ਕੀ ਬੇਰ ਇੱਥੇ ਜ਼ਾਲਮਾਂ ਨੂੰ ਸੁੱਧਨ ਆਏ, ਇੱਥੇ ਆਪ ਨੇ ਸ਼ਹਾਦਤ ਪ੍ਰਾਪਤ ਕੀਤੀ। ਅੱਗੇ ਬਾਬਾ ਰਾਮ ਸਿੰਘ ਜੀ ਬੇਦੀ ਜਥੇਦਾਰ ਬਣੇ। ਗੁਰੂ ਖਾਲਸਾ ਜੀ ਇਹ ਮਿਸਲ ਸ਼ਹੀਦਾਂ ਤਰਨਾ ਦਲ ਦਾ ਜੋ ਇਤਿਹਾਸ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ, ਉਹ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਕੱਲਾ ਕੱਲਾ ਇਤਿਹਾਸ ਜਿਵੇਂ ਬਾਬਾ ਦੀਪ ਸਿੰਘ ਜੀ ਦਾ ਜੰਗੀ ਪ੍ਰਸੰਗ ਸ਼ਹਾਦਤ ਦਾ ਗਿਆਨੀ ਗਿਆਨ ਸਿੰਘ ਨੇ ਬਾਖੂਬੀ ਲਿਖਿਆ ਹੈ। ਬਾਬਾ ਗੁਰਬਖਸ਼ ਸਿੰਘ ਦਾ ਪ੍ਰਸੰਗ ਬੜਾ ਸੋਹਣਾ ਲਿਖਿਆ ਹੈ। ਬਾਬਾ ਸੁਦਾ ਸਿੰਘ ਬਾਬਾ ਕਰਮ ਸਿੰਘ ਬਾਰੇ ਵਡਮੁੱਲੀ ਜਥੇ ਦਾ ਜਾਣਕਾਰੀ ਦਿੱਤੀ ਹੈ। ਬਾਬਾ ਨੱਥਾ ਸਿੰਘ ਦਾ ਪ੍ਰਸੰਗ ਬਹੁ ਵਿਸ਼ਾਲ ਵਾਢਿਆਕਾਰੀ ਲਿਖਿਆ ਹੈ। ਤੇ ਬਾਬਾ ਗੁਰੂ ਰਾਮ ਸਿੰਘ ਜੀ ਬੇਦੀ ਦਾ ਪ੍ਰਸੰਗ ਵਾਢਿਆਕਾਰੀ ਹੈ। ਉਹ ਕੱਲਾ ਕੱਲਾ ਪ੍ਰਸੰਗ ਹੁਣ ਆਪਾਂ ਵਿਚਾਰਾਂਗੇ। ਅੱਜ ਗੁਰੂ ਖਾਲਸਾ ਜੀ ਗਿਆਨੀ ਗਿਆਨ ਸਿੰਘ ਨੇ ਜਿਵੇਂ ਮਿਸਲ ਸ਼ਹੀਦਾਂ ਤਰਨਾ ਦਲ ਬਾਰੇ ਜਾਣਕਾਰੀ ਦਿੱਤੀ, ਉਹ ਮੁੱਢ ਬੰਨ ਕੇ ਆਪ ਜੀ ਨੂੰ ਕਥਾ ਸੁਣਾਈ ਹੈ। ਹੋਈ ਭੁੱਲ ਚੁੱਕ ਦੀ ਖਿਮਾ ਜੀ। ਦੀਪ ਸਿੰਘ ਕੋ ਥਾ ਸੋ ਦਇਓ, ਸੋ ਪੀ ਕਬਜੇ ਇਸਕੇ ਲਿਓ। ਗਾਦੀ ਮਿਸਲ ਸ਼ਹੀਦਨ ਕੇਰੀ, ਆਏ ਦਮਦਮਾ ਲਖੋ ਬਧੇਰੀ।
लंगर इनका तां चले है अब लो सो कब्जे इनमें। वाहिगुरु जी का खालसा वाहिगुरु जी की फतेह।